पंजाबी नैशनल टीवी के प्रोग्राम कोल बह के सुन सजना विच एक बार फिर तो तुहाडा सब का स्वागत है। इस प्रोग्राम विच साडे नाल ने निंदर घुग्याणवी जी ते इस प्रोग्राम विच असीं उन्हां नूं शामिल करदे हां। सत श्री अकाल जी। सत श्री अकाल घुग्याणवी जी, की हाल चाल ने? बहुत वधिया, तुसीं सुणाओ अमृत जी? बहुत शुक्रिया, धन्नवाद। अज असीं गल करनी आ एक बहुत ही सुरीले, बहुत ही वधिया लेखक, उन्ने ही चंगे गीतकार, गायक, कंपोजर भी, जिहड़े संगीतकार भी वड्डा सी, संगीतकार भी वड्डे सी, हाकम सूफी जी दी। ते उन्हां दा बहुत वड्डा नाम सी। वपारक हालांकि वो उन्ने नहीं होए, वो एक वखरा विषय है। ते उन्हां दियां असीं तुहाडे नाल गल्लां जानणियां। तुसीं अपणियां किताबां विच उन्हां दा काफ़ी जिक्र कीता है। हाकम सूफी दी जे आपां गल करिए ते मुक्तसर दे हलका गिद्दड़बाहा, छोटा जिहा कस्बा, उत्थों वो जन्म लिया। उत्थे आले दुआले उन्होंने पढ़ाई की, ग्रैजुएशन की, फिर आर्ट एंड क्राफ्ट का डिप्लोमा करके ड्राइंग मास्टर बने। तो मैनू बड़ी हैरानी हुई कि उन्होंने सारी दी सारी अपनी जिहड़ी नौकरी सी एक ही स्कूल तो की, जंगी राणा जिला शायद बठिंडा उन्हां दा, जंगी राणा पिंड दा। ते होर बहुत सारिया चीज़ां गिद्दड़बाहे दे नाल उन्हां दे नाल जुड़ियां कि गुरदास मान उन्हां गिद्दड़बाहे दी नसवार सारी दुनिया च मशहूर, नसवार दी मंडी गिद्दड़बाह, शंभूनाथ बिशंबर दास जी 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 नसवार असीं निक्के निक्के हुंदे सी, छोटियां छोटियां डब्बियां हुंदियां सी, पता नहीं उन्हें की लिखिया हुंदा सी, उदों सानूं तां नहीं पता सी। ਉਹ ਨਸਵਾਰ ਦੀ ਡੱਬੀ जी, ਉਹ ਚ ਦੁਕਾਨਦਾਰ ਪੂੜੀ ਬੰਨੀ ਜਾਂਦਾ, ਯਾਨੀ ਗਿੱਦੜਬਾਹੇ ਦਾ ਮੇਰ ਮਿੱਤਲ, गिद्दड़बाहे दा मेर मित्र, ਗਿੱਦੜਬਾਹੇ ਦਾ ਗੁਰਦਾਸ ਮਾਨ जी, ਹਾਕਮ ਸੂਫੀ, शोक मस्ती। ਸ਼ੋਕ ਮਸਤੀ। ਮੈਂ ਨਾ ਵੀ ਗਿੱਦੜਬਾਹਾ ਜਿਹੜਾ ਹੈ ਇਹ ਨਸਵਾਰ ਦੀ ਮੰਡੀ ਸੀ ਕਿ ਗਾਇਕਾਂ ਦੀ ਵੀ ਮੰਡੀ ਸੀ? ਨਹੀਂ, ਗਾਇਕਾਂ ਦੀ ਮੰਡੀ ਤਾਂ ਅਜੇ ਤੱਕ ਵੀ ਨਹੀਂ ਬਣਿਆ, ਜੀ। ਪਰ ਜਿਹੜੇ 4-5 ਥੰਮ ਮੰਡੀ ਨਾ ਕਹੀਏ, ਉੱਥੋਂ ਉੱਗਦੇ ਸੀ ਗਾਇਕ ਚੰਗੇ। ਹਾਂ, ਜਿਹੜੇ 4-5 ਥੰਮ ਉਸ ਸ਼ਹਿਰ ਦੇ ਹੋ ਗਏ, ਜੀ। ਬਾਕੀ ਬਾਦਲਾਂ ਦਾ ਗਾੜਾ ਬਾਈ। ਜੀ ਜੀ। ਤੇ ਚਲੋ ਅਸੀਂ ਇਸ ਗੱਲ ਨੂੰ ਅੱਗੇ ਤੋਰੀਏ ਤੇ ਦੱਸੋ ਕੁਝ ਸਾਨੂੰ ਹਾਕਮ ਸੂਫੀ ਜੀ ਬਾਰੇ। ਤੁਹਾਨੂੰ ਇਹ ਕਦੋਂ ਮਿਲੇ ਤੇ ਕਿਵੇਂ ਕਿਵੇਂ ਇਹਨਾਂ ਨਾਲ ਤੁਹਾਡਾ ਰਾਬਤਾ ਰਿਹਾ, ਕਿਵੇਂ ਦੇ ਉਹ ਗਾਇਕ ਸੀ? ਤੇ ਇੱਕ ਹੋਰ ਬੇਨਤੀ ਆ ਕਿ ਗਾਣੇ ਵੀ ਕੁਝ ਸੁਣਾਉਣੇ ਉਹਨਾਂ ਦੇ ਜ਼ਰੂਰ। ਅਮਰਤ ਹਾਕਮ ਸੂਫੀ ਨੂੰ ਯਾਦ ਕਰਦਿਆਂ ਨਾ ਹੁਣ ਮਨ ਭਰਦਾ ਜੀ, ਕਿਉਂਕਿ ਸੂਫੀ ਉਹਦੇ ਨਾਂ ਦੇ ਨਾਲ ਐਵੇਂ ਨਹੀਂ ਸੀ ਲੱਗਾ ਜੀ। ਬੜਾ ਬੇਪਰਵਾਹ ਜਿਹਾ ਬੰਦਾ ਸੀ, ਮਸਤ ਜਿਹਾ ਬੰਦਾ ਸੀ ਜੀ। ਔਰ ਗਿਆ ਭੰਗ ਦੇ ਪਹਾੜੇ, ਕੋਈ ਬਿਮਾਰੀ ਨਹੀਂ ਲੱਗੀ, ਕੋਈ ਔਖਾ ਨਹੀਂ ਹੋਇਆ। ਗਾਉਂਦਾ ਗਾਉਂਦਾ ਆਇਆ ਤੇ ਗਾਉਂਦਾ ਗਾਉਂਦਾ ਚੱਲ ਗਿਆ, ਜਿਵੇਂ ਗਲੀਆਂ ਦੇ ਵਿੱਚ ਵਣਜਾਰੇ ਆਉਂਦੇ ਆ ਜੀ। ਮੈਂ ਨਿੱਕਾ ਜਿਹਾ ਸੀ, ਮੇਰੀ ਭੂਆ ਦਾ ਵਿਆਹ ਸੀ, ਤੇ ਸਾਡੇ ਵਿਹੜੇ ਦੇ ਵਿੱਚ ਜਦੋਂ ਬਰਾਤ ਆਈ ਆ ਤੇ ਉੱਥੇ ਮੇਰੀ ਭੂਆ ਦੇ ਦੇਵਰ ਸੁਭਾਸ਼ ਚੰਦਰ ਨੇ ਵਾਜੇ ਦੇ ਨਾਲ ਇੱਕ ਗੀਤ ਗਾਇਆ, ਅਖੇ ਬਾਬਲ ਮੇਰੇ ਚਰਖਾ ਦਿੱਤਾ ਤੇ ਵਿੱਚ ਸੋਨੇ ਦੀਆਂ ਮੇਖਾਂ, ਸਭੇ ਸਈਆਂ ਕੱਤ ਕੱਤ ਮੁੜੀਆਂ ਤੇ ਮੈਂ ਰਾਹ ਸੱਜਣਾ ਦਾ ਵੇਖਾਂ, ਵੇ ਮੇਰੇ ਚਰਖੇ ਦੀ ਟੁੱਟ ਗਈ ਮਾਲ ਵੇ ਚੰਨ ਕਥਾ ਕਣਾ। मेरे चरखे दी टुट गई महाल वे, मेरे चरखे दी टुट गई महाल वे, चन कत्तां के ना, मेरे चरखे दी टुट गई महाल वे, चन कत्तां के ना। किन्नी बार संडिए ते किन्नी बार तोड़िए, किन्नी बार लाइए ते किन्नी बार जोड़िए, साडा जीना होया मुहाल वे, चन कत्तां के ना, मेरे चरखे दी टुट गई महाल वे, चन कत्तां के ना। ਮੈਂ ਬੱਚਾ ਸੀ, ਮੇਰੇ ਮਨ ਤੇ ਬੜਾ ਅਸਰ ਹੋਇਆ ਤੇ ਉਹ ਦੁੱਗਲ ਨੇ ਗਾਇਆ ਸੀ ਤੇ ਮੈਨੂੰ ਨਹੀਂ ਕੀ ਪਤਾ ਸੀ ਵੀ ਕਿਹਦਾ ਗੀਤ ਆ ਜੀ। ਬਾਅਦ ਵਿੱਚ ਜਦੋਂ ਮੈਂ ਭੂਆ ਦੇ ਪਿੰਡ ਗਿਆ ਤੇ ਦੁੱਗਲ ਦੇ ਨਾਲ ਦੁਪਹਿਰ ਵੇਲੇ ਇੱਕ ਕਾਲੇ ਜਿਹੇ ਰੰਗ ਦਾ ਮਸਤ ਜਿਹਾ ਬੰਦਾ ਸਲਵਾਰ ਕੁੜਤਾ ਪਜਾਮਾ ਪਾ ਕੇ ਦੇਸੀ ਜੁੱਤੀ ਤੇ ਆਇਆ ਤੇ ਮੇਰੇ ਭੂਆ ਦੀ ਸੱਸ ਉਹਨੂੰ ਕਰੇ, ਵੇ ਹਾਕਮਾਂ ਚਾਹ ਪੀਣੀ ਹੈ। ਤੇ ਮੈਨੂੰ ਕੀ ਪਤਾ ਹਾਕਮ ਕੌਣ ਆ। ਜਦੋਂ ਮੈਂ ਫਿਰ ਵੱਡਾ ਹੋਇਆ, ਸੁਰਾਂ ਨਾਲ ਵਾਬਸਤਗੀ ਹੋਈ, ਫਿਰ ਪਤਾ ਲੱਗਿਆ ਕਿ ਇਹ ਹਾਕਮ ਸੂਫੀ ਦਾ ਗੀਤ ਮੇਰੀ ਭੂਆ ਦਾ ਦੇਵਰ ਵਾਜੇ ਨਾਲ ਗਾ ਰਿਹਾ ਸੀ। ਤੇ ਉਹ ਬੜਾ ਸਮਾਂ ਇਕੱਠੇ ਰਹੇ, ਗਾਉਂਦੇ ਰਹੇ, ਲਿਖਦੇ ਰਹੇ। ਗਿੱਦੜਬਾਹਾ ਕੋਟ ਭਾਈ ਨਾਲ ਨਾਲ ਸੀ ਔਰ ਹਾਕਮ ਦੇ ਨਾਲ ਮੇਰੀ ਇਹ ਅਪਣਤ ਭਰੀ ਪਰਿਵਾਰਕ ਸਾਂਝ ਬਣ ਗਈ। ਫਿਰ ਮੈਂ ਜਦੋਂ ਆਪਦੀ ਭੂਆ ਦੇ ਪਿੰਡ ਜਾਂਦਾ ਸੀ ਤੇ ਹਾਕਮ ਨੂੰ ਮੈਂ ਜ਼ਰੂਰ ਮਿਲਦਾ ਸੀ ਤੇ ਅਸੀਂ ਇਕੱਠੇ ਸਮਾਂ ਬਤੀਤ ਕਰਦੇ ਸੀ। ਜੀ। ਇਹੋ ਜਿਹੀ ਇਹੀ ਗੱਲ ਤੁਹਾਡੀ ਬਿਲਕੁਲ ਅੱਗੇ ਜੁੜ ਗਈ ਕਿ ਤੁਸੀਂ ਇੱਕ ਵਾਰ ਹਾਕਮ ਨੂੰ ਮਿਲਣ ਗਏ, ਹਾਕਮ ਸੂਫੀ ਜੀ ਨੂੰ ਮਿਲਣ ਗਏ ਗਿੱਦੜਬਾਹੇ, ਤੇ ਉੱਥੇ ਇੱਕ ਖਾਸ ਸ਼ਾਮ ਤੁਸੀਂ ਉਹਨਾਂ ਨਾਲ ਬਿਤਾਈ। ਉਹਦਾ ਜ਼ਿਕਰ ਕਰੋ ਤੇ ਨਾਲ ਹੀ ਇੱਕ ਗੀਤ ਵੀ ਉਹਨਾਂ ਦਾ ਸੁਣਾਇਓ ਸਾਨੂੰ ਬਾਅਦ 'ਚ। ਮੈਂ ਉਹਨੂੰ ਲੱਭਦਾ ਲੱਭਦਾ ਪਹਿਲਾਂ ਉਹਦੇ ਘਰ ਗਿਆ। ਬਿਕਰਮਜੀਤ ਨੂਰ ਕਹਾਣੀਕਾਰ ਬੜੇ ਵਧੀਆ ਲਿਖਾਰੀ ਹੈ, ਉਹ ਹਾਕਮ ਸੂਫੀ ਦੇ ਵੀ ਮਿੱਤਰ ਸੀ, ਮੇਰੇ ਵੀ ਮਿੱਤਰ ਸੀ ਜੀ।
ਤੇ ਮੈਂ ਉਹਨੂੰ ਕਿਹਾ ਵੀ ਆਪਾਂ ਮਿਲਣਾ। ਅਸੀਂ ਸਾਈਕਲ ਤੇ ਚੱਲ ਪਏ। ਘਰੇ ਜਾ ਕੇ ਪੁੱਛਿਆ ਹਾਕਮ ਕਿੱਥੇ ਹੈ? ਘਰੋਂ ਜਵਾਬ ਮਿਲਿਆ ਵੀ ਇੱਥੇ ਕਿਤੇ ਹੋਣਾ ਜੀ। ਤੇ ਕੋਈ ਔਰਤ ਸੀ ਜਿਹਨੇ ਇਹ ਗੱਲ ਕਹੀ ਜੀ। ਅਸੀਂ ਬਾਹਰ ਆਏ ਗਲੀ ਤੋਂ, ਰੇਲਵੇ ਸਟੇਸ਼ਨ ਦੇ ਨਾਲ ਗਿੱਦੜਬਾਏ ਘਰ ਸੀ ਇੱਕ ਮੁਹੱਲੇ 'ਚ, ਤੇ ਮੈਨੂੰ ਨੂਰ ਸਾਹਿਬ ਕਹਿੰਦੇ ਵੀ ਉਹ ਨਾ ਸ਼ਮਸ਼ਾਨ ਘਾਟ 'ਚ ਹੋਊ। ਅੱਛਾ ਜੀ। ਮੈਂ ਕਿਹਾ ਵੀ ਫੇਰ ਉੱਥੇ ਕਿਵੇਂ? ਕਹਿੰਦਾ ਉਹ ਸੇਵਾ ਕਰਦਾ ਹੁੰਦਾ ਹੱਥ ਨੇ ਉੱਥੇ। ਅਸੀਂ ਸਾਈਕਲ ਉਧਰ ਨੂੰ ਰੋੜ ਲਿਆ ਤੇ ਸ਼ਮਸ਼ਾਨ ਘਾਟ ਦਾ ਦ੍ਰਿਸ਼ ਮੈਂ ਆਪਦੀ ਕਿਤਾਬ 'ਚ ਤੁਰ ਗਏ ਸੁਰ ਬੰਜਾਰੇ 'ਚ ਕਲਮਬੰਦ ਕੀਤਾ। ਪੰਛੀ ਚਹਿਕ ਰਹੇ ਸਨ, ਦਰਖਤ ਖਾਮੋਸ਼ ਹੋ ਗਏ, ਸੂਰਜ ਲਾਲੀ ਸਮੇਟ ਕੇ ਸਾਰੇ ਦਿਨ ਦੀ ਆਪਣੇ ਘਰ ਨੂੰ ਪਰਤ ਰਿਹਾ, ਔਰ ਸ਼ਮਸ਼ਾਨ ਘਾਟ ਦੇ ਵਿੱਚ ਇਉਂ ਲੱਗਦਾ ਕਿ ਮੁਰਦੇ ਸਦਾ ਦੀ ਨੀਂਦੇ ਸੁੱਤੇ ਪਏ ਹਨ। ਅਸੀਂ ਹਾਕਮ ਨੂੰ ਲੱਭਦੇ ਹਾਂ, ਦੇਖਦੇ ਹਾਂ ਆਲਾ ਦੁਆਲਾ ਰੁੱਖਾਂ ਦੇ ਝੁੰਡ ਵਿੱਚ ਕੋਈ ਸਮਾਧੀ ਲਾਈ ਬੈਠਾ ਹੈ। ਨੂਰ ਕਹਿੰਦਾ ਉਹ ਬੈਠਾ ਹਾਕਮ ਜੀ। ਤੇ ਨੇੜੇ ਹੀ ਖੜਾ ਉਹਦਾ ਸਾਈਕਲ। ਜਦੋਂ ਉਹਦੀ ਸਮਾਧੀ ਖਤਮ ਹੋਈ ਤੇ ਉਹ ਸਾਡੇ ਕੋਲ ਆਇਆ, ਕਹਿੰਦਾ ਵਾਹ ਬਈ ਵਾਹ, ਮੈਂ ਤਾਂ ਇੱਕ ਅਵਸਥਾ 'ਚ ਬੈਠਾ ਸੀ ਤੇ ਮੈਨੂੰ ਨਹੀਂ ਪਤਾ ਸੀ ਮੇਰੇ ਸੱਜਣ ਖੜੇ ਆ। ਫਿਰ ਸਾਡੇ ਨਾਲ ਉਹ ਬਾਜ਼ਾਰ 'ਚ ਆ ਗਿਆ, ਉੱਥੋਂ ਉਹਨੇ ਸਮਾਨ ਲਿਆ ਮੂਡ ਸੈੱਟ ਕਰਨ ਵਾਸਤੇ। ਫਿਰ ਅਸੀਂ ਇੱਕ ਦਾਣਾ ਮੰਡੀ ਦੇ ਪਾਸੇ ਜਾ ਕੇ ਉੱਥੇ ਤਿੰਨੇ ਬੈਠ ਗਏ ਤੇ ਦੋਵੇਂ ਸਾਈਕਲ ਖੜਾ ਕੇ ਥੜੀਆਂ ਦੇ ਉੱਤੇ ਜੀ। ਫਿਰ ਉਹਨੇ ਗੱਲਾਂ ਸੁਣਾਈਆਂ ਤੇ ਗੀਤ ਸੁਣਾਏ। ਮਨ ਬਾਗੋ ਬਾਗ ਹੋ ਗਿਆ। ਮੈਂ ਆਪਣੀ ਕਲਮ ਦੇ ਵਿੱਚ ਲਿਖਿਆ। ਉਹਨੇ ਇੱਕ ਗੱਲ ਕਹੀ ਸੀ, ਮੈਂ ਆਪਦੇ ਦਰਸ਼ਕਾਂ ਨੂੰ ਸੁਣਾ ਦਿਆਂ। ਬਿਲਕੁਲ, ਇਹ ਵਿੱਚ ਦਰਜ ਹੈ। ਕਹਿੰਦਾ ਜ਼ਿੰਦਗੀ ਇੱਕ ਵਹਿਣ ਹੈ ਜੀ। ਕੁਝ ਲੋਕ ਚੱਪੂਆਂ ਨਾਲ ਦਰਿਆ ਨੂੰ ਪਾਰ ਕਰ ਲੈਂਦੇ ਨੇ, ਕਈ ਪਾਣੀ ਵਾਲੇ ਜਹਾਜ਼ਾਂ ਨਾਲ ਪਾਰ ਕਰਦੇ ਨੇ। ਇਸੇ ਤਰ੍ਹਾਂ ਜ਼ਿੰਦਗੀ ਦੇ ਕੁਝ ਵਹਿਣ ਨੂੰ ਕਦੇ ਹਾਸਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਤੇ ਕਦੇ ਅਥਰੂ ਤੇ ਕਦੇ ਹਉਕੇ। ਇਹ ਦੋਵੇਂ ਬਰਾਬਰ ਚੱਲਦੇ ਰਹਿੰਦੇ ਆ। ਜੇ ਇਹ ਨਾ ਹੋਣ ਤਾਂ ਬੰਦਾ ਪਾਗਲ ਹੋ ਜਾਵੇ। ਇਹ ਉਹਦੀ ਜਿਹੜੀ ਗੱਲ ਮੈਨੂੰ ਭੁੱਲੀ ਨਹੀਂ। ਉਦੋਂ ਬਾਅਦ ਮੈਂ ਇਹਨੂੰ ਨੋਟ ਕੀਤਾ ਤੇ ਆ ਕਿਤਾਬ ਦੇ ਵਿੱਚ ਮੈਂ ਜਿਹੜਾ ਦਰਸ਼ਕਾਂ ਨੂੰ ਸੁਣਾਇਆ। ਕਹਿਣ ਤੋਂ ਭਾਵ ਕਿ ਇੱਕ ਡੂੰਘਾ ਬੰਦਾ ਸੀ। ਇਹ ਜੀਵਨ ਦਾ ਦਰਸ਼ਨ ਆ, ਜ਼ਿੰਦਗੀ ਦੀ ਫਿਲਾਸਫੀ ਆ ਕਿ ਜਿੰਨੇ ਸਾਨੂੰ ਹਾਸੇ ਜ਼ਰੂਰੀ ਨੇ ਉਹਨੇ ਸਾਨੂੰ ਅਥਰੂ ਵੀ ਜ਼ਰੂਰੀ। ਕਿੱਡੇ ਮਹਾਨ ਲੋਕ ਸੀ, ਕਿੰਨੀ ਡੂੰਘੀ ਸੋਚ ਰੱਖਦੇ ਸੀ ਉਹ, ਤੇ ਇਸੇ ਸੋਚ ਨਾਲ ਉਹਨਾਂ ਨੇ ਬਹੁਤ ਸਾਰੇ ਗੀਤ ਵੀ ਲਿਖੇ। ਇਹਨਾਂ ਦੀ ਆਪਾਂ ਗੱਲਾਂ ਅੱਗੇ ਕਰਾਂਗੇ। ਤੇ ਮੈਂ ਕੱਲ ਇਹਨਾਂ ਦੇ ਬਾਰੇ ਪੜ੍ਹਦਿਆਂ ਇੱਕ ਗੱਲ ਹੋਰ ਪੜ੍ਹੀ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅਲੰਕਾਰ ਸਿੰਘ ਨੇ, ਉਹਨਾਂ ਦੀ ਦੇਖ ਰੇਖ ਵਿੱਚ ਇੱਕ ਵਿਦਿਆਰਥੀ ਨੇ ਹਾਕਮ ਸੂਫੀ ਦੇ ਪੂਰੇ ਸੰਗੀਤ ਦੇ ਯੋਗਦਾਨ ਨੂੰ ਲੈ ਕੇ ਐਮਫਿਲ ਦੀ ਡਿਗਰੀ ਵੀ ਕੀਤੀ ਹੈ। ਤੇ ਬਹੁਤ ਘੱਟ ਗਾਇਕ ਹੋਣਗੇ ਜਾਂ ਗੀਤਕਾਰ ਹੋਣਗੇ ਜਿਨ੍ਹਾਂ ਦੇ ਉੱਤੇ ਰਿਸਰਚ ਲੈਵਲ ਦੀ ਸਟੱਡੀ ਸਟੂਡੈਂਟਸ ਕਰ ਰਹੇ ਨੇ, ਵਿਦਿਆਰਥੀ ਕਰ ਰਹੇ ਨੇ। ਆਓ ਸੁਣਦੇ ਹਾਂ ਹਾਕਮ ਸੂਫੀ ਦੇ ਇੱਕ ਹੋਰ ਵਧੀਆ ਮਿੱਤਰ, ਪੁਰਾਣੇ ਸਾਥੀ ਪ੍ਰੋਫੈਸਰ ਸੁਭਾਸ਼ ਦੁੱਗਲ ਜੀ ਕੀ ਕਹਿੰਦੇ ਨੇ। ਪਿਆਰੇ ਸਰੋਤਿਓ, ਪਿਆਰੇ ਦਰਸ਼ਕੋ, ਮੈਂ ਸੁਭਾਸ਼ ਦੁੱਗਲ ਹਾਕਮ ਸੂਫੀ ਦਾ ਸਾਥੀ ਗਾਇਕ ਜਾਂ ਕਹਿ ਲਓ ਸਹਾਇਕ ਗਾਇਕ। ਇਹ ਗੱਲ ਅੱਜ ਤੋਂ 35 ਸਾਲ ਪਹਿਲਾਂ ਦੀ ਹੈ, ਜਦੋਂ ਮੈਂ BA ਕਰਨ ਤੋਂ 1 ਸਾਲ ਬਾਅਦ ਵਿਹਲਾ ਰਿਹਾ ਤਾਂ ਮੇਰਾ ਮੇਲ ਮੇਰੇ ਭਰਾਵਾਂ ਵਰਗੇ ਦੋਸਤ ਮੰਗਲ ਮੈਦਾਨ ਨੇ ਹਾਕਮ ਸੂਫੀ ਦੇ ਨਾਲ ਕਰਵਾਇਆ। ਭਾਵੇਂ ਹਾਕਮ ਸੂਫੀ ਨੇ ਮੈਨੂੰ ਕੁਝ ਸਾਲ ਪਹਿਲਾਂ ਸੁਣਿਆ ਸੀ, ਸਾਡੇ ਪਿੰਡੋਂ ਕੋਟ ਭਾਈ ਤੋਂ ਗਿੱਦੜਬਾਹਾ ਗਈ ਬਰਾਤ ਦੇ ਵਿੱਚ ਜਦੋਂ ਮੈਂ ਗਾ ਰਿਹਾ ਸੀ ਤਾਂ ਹਾਕਮ ਸੂਫੀ ਦੇ ਦੋਸਤ ਚੰਦਰਪਾਨ ਨੇ ਮੈਨੂੰ ਸੁਣਿਆ ਤਾਂ ਗਾਉਂਦੇ ਗਾਉਂਦੇ ਹੀ ਉਹਨਾਂ ਨੇ ਦੌੜ ਕੇ ਹਾਕਮ ਸੂਫੀ ਨੂੰ ਬੁਲਾਇਆ ਤੇ ਦੋਨਾਂ ਨੇ ਹੀ ਮੈਨੂੰ ਸੁਣਿਆ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਦੋਨਾਂ ਦੋਸਤਾਂ ਨੇ ਮੈਨੂੰ, ਯਾਨੀ ਚੰਦਰਪਾਨ ਸ਼ਰਮਾ ਤੇ ਹਾਕਮ ਸੂਫੀ ਨੇ ਮੈਨੂੰ ਸ਼ਾਬਾਸ਼ ਦਿੱਤੀ, ਨਿੱਘੀ ਗਲਵਕੜੀ ਪਾਈ। ਮੈਂ ਆਪਣੇ ਵਿਹਲੇਪਣ ਦੇ ਦੌਰਾਨ ਹਾਕਮ ਸੂਫੀ ਦੇ ਨਾਲ ਕਦੇ-ਕਦੇ ਮੁਲਾਕਾਤ ਹੋ ਜਾਂਦੀ ਸੀ ਜਦੋਂ ਮੈਂ ਮੰਗਲ ਮੈਦਾਨ ਦੀ ਦੁਕਾਨ ਤੇ ਜਾ ਬੈਠਦਾ ਸੀ। ਤਾਂ ਇਸੇ ਤਰ੍ਹਾਂ ਮੁਲਾਕਾਤਾਂ ਦੇ ਦੌਰਾਨ ਹੀ ਮੰਗਲ ਮੈਦਾਨ ਨੇ ਹਾਕਮ ਸੂਫੀ ਨੂੰ ਮੈਨੂੰ ਪ੍ਰੋਗਰਾਮਾਂ ਤੇ ਨਾਲ ਲਿਜਾਣ ਲਈ ਕਿਹਾ। ਹਾਕਮ ਸੂਫੀ ਯਾਰਾਂ ਦਾ ਯਾਰ ਸੀ ਤੇ ਝੱਟ ਹੀ ਮੰਨ ਗਿਆ ਤੇ ਮੈਂ ਹੌਲੀ-ਹੌਲੀ ਹਾਕਮ ਸੂਫੀ ਤੇ ਹਾਕਮ ਸੂਫੀ ਬਾਰੇ ਇਹ ਵੀ ਕਿਹਾ ਜਾਂਦਾ ਕਿ ਗੁਰਦਾਸ ਮਾਨ ਦੇ ਉਹ ਉਸਤਾਦ ਵੀ ਸੀ, ਹਾਲਾਂਕਿ ਦੋਨੋਂ ਇੱਕੋ ਸ਼ਹਿਰ ਤੋਂ ਸੀ। ਇਸ ਗੱਲ ਦੀ ਕੀ ਸੱਚਾਈ ਹੈ ਤੇ ਕੀ ਇਹਦੇ 'ਚ ਹੈ? ਹਾਕਮ ਸੂਫੀ
ਤੇ ਗੁਰਦਾਸ ਮਾਨ ਇੱਕੋ ਸ਼ਹਿਰ ਦੇ ਹੋਣ ਕਰਕੇ ਇਕੱਠੇ ਰਹੇ ਜੀ ਔਰ ਇਕੱਠੇ ਗਾਉਂਦੇ ਰਹੇ, ਡਫਲੀ ਵਜਾਉਂਦੇ ਰਹੇ, ਸਮਕਾਲੀ ਸਨ। ਬੜੀ ਵਾਰੀ ਹਾਕਮ ਨੂੰ ਪੁੱਛਿਆ ਜਾਂਦਾ ਸੀ, ਇੱਕ ਮੋਹਰ ਲੱਗ ਗਈ ਕਿ ਉਸਤਾਦ ਚੇਲਾ ਹੈ। ਉਹਨੂੰ ਪੁੱਛਿਆ ਜਾਂਦਾ ਸੀ ਹਾਕਮ ਸੂਫੀ ਨੂੰ, ਤਾਂ ਉਹ ਕਹਿੰਦਾ ਸੀ ਵੀ ਅਸੀਂ ਦੋਸਤ ਰਹੇ ਹਾਂ, ਸਮਕਾਲੀ ਰਹੇ ਹਾਂ, ਤੇ ਗੁਰੂ ਚੇਲੇ ਵਾਲੀ ਕੋਈ ਗੱਲ ਨਹੀਂ ਜੀ। ਤੇ ਆਪਾਂ ਉਹਨਾਂ ਦਾ ਇੱਕ ਗੀਤ ਸੁਣਦੇ ਹਾਂ ਜੀ, ਤੇ ਫਿਰ ਜਲਦੀ ਹਾਜ਼ਰ ਹੁੰਦੇ ਹਾਂ। ਚਿੱਠੀਆਂ ਹੋ ਚਿੱਠੀਆਂ, ਚਿੱਠੀਆਂ ਹੋ ਚਿੱਠੀਆਂ, ਚਿੱਠੀਆਂ ਹੋ ਦਰਦ ਫਿਰਾਕ ਵਾਲੀਆਂ, ਚਿੱਠੀਆਂ ਹੋ ਦਰਦ ਫਿਰਾਕ ਵਾਲੀਆਂ, ਅਸਾਂ ਘੁੱਟ ਘੁੱਟ ਸੀਨੇ ਨਾਲ ਲਾ ਲੀਆਂ। ਚਿੱਠੀਆਂ ਹੋ ਚਿੱਠੀਆਂ, ਉਹਦਾ ਇੱਕ ਇੱਕ ਬੰਦ ਛਾਪਾਂ ਥੱਲੇ ਚੂੜੀਆਂ, ਇੱਕ ਇੱਕ ਬੰਦ ਛਾਪਾਂ ਥੱਲੇ ਚੂੜੀਆਂ, ਅੱਗ ਲਾਵਾਂ ਸੋਨੇ ਦੀਆਂ ਵਾਲੀਆਂ। ਚਿੱਠੀਆਂ ਜੀ। ਅਸੀਂ ਸੁਣਿਆ ਹਾਕਮ ਸੂਫੀ ਜੀ ਦਾ ਇੱਕ ਗੀਤ ਤੇ ਕਰਦੇ ਆ ਉਹਨਾਂ ਦੀਆਂ ਬਾਕੀ ਗੱਲਾਂ। ਹਾਕਮ ਸੂਫੀ ਦੀ ਕਿੱਡੀ ਵੱਡੀ ਗੱਲ ਆ ਕਿ ਉਹ ਲਿਖਦੇ ਵੀ ਸੀ ਗਾਣੇ, ਸੰਗੀਤਬੱਧ ਵੀ ਕਰਦੇ ਸੀ, ਗਾਉਂਦੇ ਵੀ ਸੀ। ਇਹ ਸਾਰੀਆਂ ਕਲਾਵਾਂ ਜਿਹੜੀਆਂ ਉਹਨਾਂ ਦੇ ਕੋਲ ਮੌਜੂਦ ਸੀ ਤੇ ਉਹਦੇ ਨਾਲ ਨਾਲ ਉਹਨਾਂ ਨੇ ਮਾਸਟਰੀ ਵੀ ਕੀਤੀ, ਡਰਾਇੰਗ ਮਾਸਟਰੀ, ਯਾਨੀ ਕਹਿਣ ਦਾ ਭਾਵ ਸੁਮੇਲ ਹਨਾ, 4 ਕਲਾਵਾਂ ਸੰਗਮ ਹੋ ਗਿਆ ਜੀ। ਔਰ ਦੇਖੋ ਮਤਲਬ ਡਰਾਇੰਗ ਮਾਸਟਰੀ ਵੀ ਚੁਣੀ ਕਿ ਕਲਾ, ਬਿਲਕੁਲ ਚਿੱਤਰਕਲਾ। ਅੱਛਾ, ਜਿਹਦੀ ਵੀ ਧੁਨ ਬਣਾਉਣੀ ਆਪ ਗੁਣਗੁਣਾ ਕੇ, ਮੌਲਕ ਤਾਂ ਇੰਨੀ ਸੀ ਉਹਦੇ ਧੁਨਾਂ ਦੇ ਵਿੱਚ, ਕੋਈ ਕਿਤੇ ਰਲ ਗੱਡ ਹੋਈ ਚੀਜ਼ ਨਹੀਂ ਲੱਭਦੀ ਸਾਨੂੰ ਵੀ ਇਹ ਫਲਾਣੇ ਦੀ ਉਹ ਕੀਤੀ ਵੀ। ਉਹਦੀਆਂ ਤਾਂ ਬਾਅਦ 'ਚ ਕਈ ਧੁਨਾਂ ਲੋਕਾਂ ਨੇ ਗਾਈਆਂ ਜੀ। ਔਰ ਗੀਤ ਆਪ ਲਿਖੇ, ਔਰ ਰੱਬੀ ਰੂਹ, ਇਲਹਾਮ, ਕੁਦਰਤ, ਪੌਣ, ਪਾਣੀ, ਪੰਛੀ, ਪਰਿੰਦੇ, ਸੰਗੀਤ, ਤੇ ਇੱਕ ਰੂਹ ਦੀ ਜਿਹੜੀ ਆਤਮਾ ਦੀ ਅੰਦਰਲੀ ਆਵਾਜ਼ ਸੀ ਉਹ ਚਿੱਤਰਦਾ ਸੀਗਾ। ਉਹ ਕਹਿੰਦਾ ਘੁਮਿਆਰ ਮਿੱਟੀ ਦਾ ਘੜਾ ਬਣਾ ਰਿਹਾ ਜੀ, ਚੱਕ ਤੇ ਜਦੋਂ ਘੁੰਮਦਾ ਮਿੱਟੀ ਤੋਂ ਬਰਤਨ ਦਾ ਰੂਪ ਅਖਤਿਆਰ ਕਰਦਾ, ਭਾਂਡੇ ਦਾ ਜੀ, ਹਨਾ। ਤੇ ਮੈਂ ਤੁਰਿਆ ਜਾਂਦਾ ਸੀ ਸਾਈਕਲ ਤੇ, ਉਤਰ ਗਿਆ, ਕਿੰਨਾ ਚਿਰ ਟਿਕੀ ਲਾ ਕੇ ਬਣਦੇ ਘੜੇ ਨੂੰ ਵੇਖਦਾ ਰਿਹਾ। ਤੇ ਉਦੋਂ ਬਾਅਦ ਉਹਨੇ ਜਿਹੜਾ ਗੀਤ ਲਿਖਿਆ ਉਹ ਬੜਾ ਕਮਾਲ ਦਾ ਸੀਗਾ। ਔਰ ਉਸ ਗੀਤ ਦੇ ਜਿਹੜੇ ਬੋਲ ਨੇ ਉਹ ਕਮਾਲ ਦੇ ਆ ਕਿ ਇੱਕ ਜ਼ਿੰਦਗੀ ਦਾ ਬੰਦਾ ਤੁਲਨਾ ਕਰਦਾ, ਘੜਾ, ਮਿੱਟੀ, ਪਾਣੀ, ਮਨੁੱਖ, ਜੀਵਨ। ਹਾਕਮ ਨੇ ਇੱਕ ਦਿਨ ਮੁੱਕ ਜਾਣਾ, ਡੰਡਾ ਡੇਰਾ ਚੁੱਕ ਜਾਣਾ, ਕਬਰਾਂ 'ਚ ਹੋਣੀ ਸਾਡੀ ਠਹਿਰ ਨਹੀਂ ਮਰ ਜਾਣੀਏ, ਲੱਭਦੀ ਫਿਰੇਂਗੀ ਸਾਡੀ ਪੈਰ ਨਹੀਂ ਮਰ ਜਾਣੀਏ। ਯਾਨੀ ਪੈੜ ਲੱਭਣੀ ਵੱਡੀ ਗੱਲ ਆ। ਉਹ ਮਤਲਬ ਮਨੁੱਖ ਦੀ ਇੱਕ ਅੰਤਰੀਵੀ ਜਿਹੜੀ ਰੂਹ ਆ ਉਹਨੂੰ ਐ ਮਤਲਬ ਜਿਵੇਂ ਕਾਲਜੇ 'ਚੋਂ ਰੁੱਗ ਭਰ ਲੈਂਦਾ ਬੰਦਾ, ਐਂ ਭਰ ਲੈਂਦਾ ਸੀਗਾ। ਏਡੀ ਕਲਾ ਸੀ ਉਹਦੇ 'ਚ। ਸਾਈਕਲ ਤੇ ਸਾਰੀ ਉਮਰਾਂ ਬੰਦੇ ਨੇ ਕੱਟੀ ਤੇ ਮਸਤ ਜਿਹਾ ਬਹੁਤ ਯਾਦ ਆਉਂਦਾ ਜੀ। ਤੁਸੀਂ ਇੱਕ ਦਿਨ ਇੱਕ ਹੋਰ ਜ਼ਿਕਰ ਕੀਤਾ ਉਹਨਾਂ ਦਾ, ਗੁਰਚਰਨ ਵਿਰਕ ਨੇ ਉਹਨਾਂ ਦੇ ਕੁਝ ਗੀਤ ਰਿਕਾਰਡ ਕਰਾਏ ਆ, ਉਹ ਸਾਰੀ ਘਟਨਾ ਵੀ ਸਾਨੂੰ ਦੱਸੋ ਇੱਕ ਵਾਰ। ਕੋਲ ਬਹਿ ਕੇ ਸੁਣ ਸੱਜਣਾ ਜੀ, ਦੁੱਖਾਂ ਮਾਰਿਆਂ ਦੀ ਦਰਦ ਕਹਾਣੀ, ਆਪਣਾ ਪ੍ਰੋਗਰਾਮ ਵੀ ਜੀ 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 ਹੈ ਨਾ। ਇਸ ਪ੍ਰੋਗਰਾਮ ਦਾ ਨਾਂ ਇਹਨਾਂ ਦਰਸ਼ਕਾਂ ਨੇ ਪਿਆਰ ਦਿੱਤਾ ਹੈ ਇਸ ਪ੍ਰੋਗਰਾਮ ਨੂੰ, ਔਰ ਉਹਦੇ ਗੀਤ ਤੇ ਹੈ। ਔਰ ਗੁਰਚਰਨ ਵਿਰਕ ਨੇ 12 ਗੀਤਾਂ ਦੀ ਟੇਪ ਕੀਤੀ ਸੀ, ਉਹਦਾ ਨਾਂ ਹੀ ਸੀ ਕੋਲ ਬਹਿ ਕੇ ਸੁਣ ਸੱਜਣਾ ਜੀ। ਔਰ ਗੁਰਚਰਨ ਵਿਰਕ ਨੇ ਮੈਨੂੰ ਵੀ ਚੰਡੀਗੜ੍ਹ ਸੱਦ ਲਿਆ ਜੀ। ਸੁਰ ਸੰਗਮ ਦਾ ਸਟੂਡੀਓ ਰਿਕਾਰਡ ਉੱਥੇ ਹੁੰਦੇ ਸੀ, ਤੇ ਹਾਕਮ ਨੂੰ ਵੀ। ਅਸੀਂ ਉੱਥੇ ਬਹੁਤ ਦਿਨ ਇਕੱਠੇ ਰਹੇ। ਮਤਲਬ ਨਾ ਉਹ ਸਵੇਰੇ ਉੱਠ ਕੇ, ਮੈਂ ਤਾਂ ਹਾਲੇ ਸੁੱਤਾ ਹੁੰਦਾ ਸੀ, ਸਵੇਰੇ ਉੱਠ ਕੇ ਉਹਨੇ ਗੱਦੇ ਤੇ ਬਹਿ ਕੇ ਹਾਰਮੋਨੀਅਮ ਚੱਕ ਕੇ ਟਿਊਨ ਬਣਾਉਣੀ ਜੀ, ਧੁਨ ਬਣਾਉਣੀ। ਧੁਨ ਸ਼ਾਮ ਨੂੰ ਵੀ ਬਣਾ ਸਕਦਾ ਸੀ, ਦੁਪਹਿਰੇ ਵੀ ਬਣਾ ਸਕਦਾ ਸੀ। ਮੈਂ ਉਹਨੂੰ ਪੁੱਛਿਆ ਵੀ ਸਵੇਰੇ ਸਵੇਰੇ ਸਾਜਰੇ ਤੂੰ ਬਣਾਉਣਾ? ਉਹ ਕਹਿੰਦਾ ਇਹ ਸੁੱਚੀ ਸੁਰ ਹੁੰਦੀ ਹੈ। ਕੀ ਬਾਤ ਹੈ। ਜਿਹੜੀ ਸੁੱਚੇ ਮੂੰਹ ਨਿਰਣੇ ਕਾਲਜੇ ਉੱਠ ਕੇ ਅੰਮ੍ਰਿਤ ਵੇਲੇ ਸੰਗੀਤ ਔੜਦਾ ਤੇ ਬੌੜਦਾ, ਇਹ ਸੁੱਚੀ ਸੁਰ ਹੁੰਦੀ ਆ। ਜਿੱਡੇ ਵੀ ਸਾਡੇ ਵੱਡੇ ਵੱਡੇ ਫਨਕਾਰ ਲੋਕ ਹੋਏ ਆ, ਉਹ ਅੰਮ੍ਰਿਤ ਵੇਲੇ ਹੀ ਇਹਨਾਂ ਧੁਨਾਂ ਦੀ ਸਿਰਜਣਾ ਕਰਦੇ ਸੀ। ਇਹ ਮੇਰੇ ਮਨ ਤੇ ਬਹੁਤ ਅਸਰ ਹੋਇਆ ਇਸ ਗੱਲ ਦਾ ਵੀ ਸੁੱਚੀ ਸੁਰ ਜੀ ਅੰਮ੍ਰਿਤ ਵੇਲੇ ਉਪਜਦੀ ਆ ਜੀ। ਤੇ ਸਾਨੂੰ ਇੱਕ ਵਾਰ ਫੇਰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਕੋਲ ਬਹਿ ਕੇ ਸੁਣ ਸੱਜਣਾ, ਦੁੱਖਾਂ ਮਾਰਿਆਂ ਦੀ ਦਰਦ ਕਹਾਣੀ, ਇਸੇ ਗੀਤ ਦੇ ਮੁਖੜੇ ਤੋਂ ਹੀ ਇਸ ਸਾਡੇ ਪ੍ਰੋਗਰਾਮ ਦਾ ਨਾਮ ਆ। ਤੇ ਇੱਕ ਗੀਤ ਵੀ ਸਾਨੂੰ ਹੁਣ ਉਹਨਾਂ ਦਾ ਹੋਰ ਬਿਲਕੁਲ ਕੋਈ ਆਪਣੀ ਪਸੰਦ ਦਾ
ਪਾਣੀ ਵਿੱਚ ਮਾਰਾਂ ਡੀਟਾਂ ਕੁਲਦੀਪ ਭਾਜੀ ਜ਼ਿਕਰ ਕਰ ਰਹੇ ਸੀ ਜੀ ਯਾਰੀ ਜੱਟ ਦੀ ਦੇ ਵਿੱਚ, ਔਰ ਯਾਰ ਦੁਨੀਆ ਨੇ ਸੁਣਿਆ ਜੀ। ਉਹਦੇ ਜਿਹੜੇ ਇੱਕ ਉਹਦੀ ਧੁਨ ਬੜੀ ਪਿਆਰੀ ਆ ਜੀ। ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉਡੀਕਾਂ। ਆਓ ਆਪਾਂ ਸੁਣਦੇ ਹਾਂ ਤੇ ਜਲਦੀ ਫਿਰ ਤੁਹਾਡੀ ਸੇਵਾ 'ਚ ਉਹਨਾਂ ਦੀਆਂ ਗੱਲਾਂ ਨਾਲ ਹਾਜ਼ਰ ਹੁੰਦੇ ਹਾਂ। ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉਡੀਕਾਂ, ਪਾਣੀ ਵਿੱਚ ਮਾਰਾਂ ਡੀਟਾਂ ਕਰਦੀ ਪਈ ਰੋਜ਼ ਉਡੀਕਾਂ, ਰਾਂਝਣ ਮਿਲਵਾ ਦੇ ਰੱਬਾ ਪਾਣੀ ਨਾ ਦੂਰ ਤਰੀਕਾਂ, ਉਹ ਵਿਛੜਿਆ ਯਾਰ ਮਿਲਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ, ਸੱਜਣਾ ਦੇ ਮੇਲ ਕਰਾ ਦੇ ਓਏ। ਗਾਇਕ ਗੁਰਵਿੰਦਰ ਬਰਾੜ ਬਹੁਤ ਵਧੀਆ ਗਾਇਕ ਨੇ ਸਾਡੇ, ਉਹਨਾਂ ਨੇ ਵੀ ਹਾਕਮ ਸੂਫੀ ਬਾਰੇ ਕੁਝ ਸਾਨੂੰ ਦੱਸਿਆ, ਅਸੀਂ ਉਹਨਾਂ ਦੀ ਗੱਲ ਵੀ ਸੁਣਦੇ ਹਾਂ। ਬਿਲਕੁਲ ਸਟਾਰਟਿੰਗ ਦੇ ਵਿੱਚ ਜਿੱਥੋਂ ਮੈਨੂੰ ਗਾਇਕੀ ਦੀ ਚਿੜੰਗ ਲੱਗੀ ਤਾਂ ਉਹ ਇੱਕ ਖਾਸ ਦਿਨ ਸੀਗਾ, ਤਾਂ ਇੱਕ ਪ੍ਰੋਗਰਾਮ ਹੋਇਆ ਗਵਰਨਮੈਂਟ ਕਾਲਜ ਮੁਕਤਸਰ ਦੇ ਵਿੱਚ, ਤਾਂ ਮੈਨੂੰ ਵੀ ਮੇਰੇ ਵੱਡੇ ਭਰਾ ਉੱਥੇ ਉਹ ਪ੍ਰੋਗਰਾਮ ਦਿਖਾਉਣ ਵਾਸਤੇ ਲੈ ਗਏ। ਉੱਥੇ ਬਹੁਤ ਖੂਬਸੂਰਤ ਗਾਇਕੀ ਦਾ ਜਿਹੜਾ ਅਖਾੜਾ ਲੱਗਿਆ, ਜਿਹਦੇ ਵਿੱਚ ਦੋ ਅਹਿਮ ਸ਼ਖਸੀਅਤਾਂ ਨੇ ਇਕੱਠਿਆਂ ਨੇ ਪ੍ਰੋਗਰਾਮ ਪੇਸ਼ ਕੀਤਾ, ਜਿਨ੍ਹਾਂ ਦੇ ਵਿੱਚ ਜਨਾਬ ਹਾਕਮ ਸੂਫੀ ਸਾਹਿਬ ਔਰ ਗੁਰਦਾਸ ਮਾਨ ਜੀ। ਸੋ ਇਕੱਠਿਆਂ ਦਾ ਇਹਨਾਂ ਦਾ ਪ੍ਰੋਗਰਾਮ ਸੀ। ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀ ਸੂਫੀ ਸਾਹਿਬ ਔਰ ਮਾਨ ਸਾਹਿਬ। ਉਸੇ ਦਿਨ ਤੋਂ ਮੈਂ ਮਤਲਬ ਪਹਿਲੀ ਵਾਰੀ ਹਾਕਮ ਸੂਫੀ ਸਾਹਿਬ ਹੋਰਾਂ ਦੇ ਰੂਬਰੂ ਹੋਇਆ, ਮਾਨ ਸਾਹਿਬ ਹੋਰਾਂ ਨੂੰ ਪਹਿਲੀ ਵਾਰੀ ਮੈਂ ਸੁਣਿਆ। ਕਿ ਬੱਚੇ ਦੇ ਮਨ ਦੇ ਉੱਤੇ ਉਹ ਚੀਜ਼ਾਂ ਉਕਰੀਆਂ ਜਾਂਦੀਆਂ, ਤਾਂ ਉੱਥੋਂ ਮੇਰੇ ਅੰਦਰ ਵੀ ਕਿਤੇ ਨਾ ਕਿਤੇ ਗਾਇਕੀ ਦੀ ਇਹ ਚਿੰਗ ਸ਼ੁਰੂ ਹੋਈ। ਵਕਤ ਚੱਲਦਾ ਗਿਆ, ਗੀਤ ਸੁਣਦੇ ਗਏ, ਸੂਫੀ ਸਾਹਿਬ ਹੋਰਾਂ ਦੇ ਗੀਤ ਵੀ ਸੁਣੇ, ਤਾਂ ਸਾਡੀ ਜਿਹੜੀ ਮਤਲਬ ਅੰਦਰ ਦੀ ਲਾਲਸਾ ਸੀ ਉਹਨਾਂ ਨੂੰ ਮਿਲਣ ਦੀ, ਕਲਾਕਾਰ ਨੂੰ ਮਿਲਣ ਦੀ ਲਾਲਸਾ ਜਿਹਦੇ ਅਸੀਂ ਫੈਨ ਹੁੰਦੇ ਹਾਂ, ਸਾਨੂੰ ਅਕਸਰ ਹੁੰਦੀ ਹੈ। ਸੋ ਮੇਰਾ ਇੱਕ ਦੋਸਤ ਸੀ ਸਾਡੇ ਪਿੰਡ ਤੋਂ, ਉਹਦੇ ਨਾਨਕੇ ਸੀ ਗਿੱਦੜਬਾਹਾ। ਤੁਸੀਂ ਮੈਨੂੰ ਐਂ ਲੱਗਣਾ ਕਿ ਚੱਲ ਯਾਰ ਤੇਰੇ ਨਾਨਕੇ ਹੀ ਚੱਲ ਕੇ ਆਈਏ। ਸੋ ਕਿਉਂਕਿ ਮਾਨ ਸਾਹਿਬ ਉੱਥੇ ਨਹੀਂ ਰਹਿੰਦੇ ਸੀਗੇ, ਸਾਡੇ ਮਨ ਦੇ ਵਿੱਚ ਕਿਉਰਿਓਸਿਟੀ ਸੂਫੀ ਸਾਹਿਬ ਨੂੰ ਮਿਲਣ ਦੀ ਬੜੀ ਹੁੰਦੀ ਸੀ, ਤਾਂ ਅਸੀਂ ਜਦੋਂ ਜਾਂਦੇ ਤਾਂ ਅਸੀਂ ਉੱਥੇ ਉਹਨਾਂ ਦੇ ਦਰਸ਼ਨ ਮੇਲੇ ਕਰਕੇ ਆਉਂਦੇ। ਇਹ ਮੇਰੇ ਕਾਲਜ ਦੇ ਦਿਨਾਂ ਦੀ ਗੱਲ ਹੈ ਜੀ। ਜੀ ਹਾਕਮ ਸੂਫੀ ਦਾ ਇੱਕ ਗੀਤ ਸੁਣ ਕੇ ਅਸੀਂ ਫਿਰ ਵਾਪਸੀ ਕਰਦੇ ਹਾਂ। ਬਹੁਤ ਸਾਰੀਆਂ ਫਿਲਮਾਂ 'ਚ ਵੀ ਉਹਨਾਂ ਨੇ ਕੰਮ ਕੀਤਾ, ਯਾਰੀ ਜੱਟ ਦੀ ਤੇ ਪੰਚਾਇਤ, ਨਿਖੱਟੂ, ਦੀਵਾ ਬਲੇ ਸਾਰੀ ਰਾਤ, ਤੇ ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਗਾਣੇ ਗਾਏ, ਲਿਖੇ ਤੇ ਕੀਤੇ। ਕੁਝ ਉਹਨਾਂ ਦੀਆਂ ਕੈਸੇਟਸ ਜਾਂ ਟੇਪਾਂ ਜੋ ਆਈਆਂ, ਜੋ LP ਆਏ, ਉਹਨਾਂ ਦੇ ਬਾਰੇ ਵੀ ਸਾਨੂੰ 12 ਉਹਦੀਆਂ ਟੇਪਾਂ ਸੀ, ਠੀਕ ਹੈ। ਔਰ ਵੱਡੀ ਗੱਲ ਜਿਹੜੀ ਹੈ 12 ਟੇਪਾਂ ਦੇ ਨਾਲ ਨਾਲ ਉਹਨੇ ਅਖਾੜਿਆਂ ਦੇ ਉੱਤੇ ਗਾਇਆ ਬਹੁਤਾ। ਜਿੱਥੇ ਕਿਤੇ ਅਖਾੜਾ ਲੱਗਦਾ ਸੀ ਉੱਥੇ ਉਹ ਡੁੱਬ ਜਾਂਦਾ ਸੀ ਅਖਾੜੇ 'ਚ ਜੀ, ਇੰਨਾ ਡੂੰਘਾ ਉਤਰ ਜਾਂਦਾ ਸੀ। ਔਰ ਉਹਨੇ ਨਾ ਹਮੇਸ਼ਾ ਉਹਨੂੰ ਬੜੇ ਕੰਪਨੀਆਂ ਵਾਲੇ ਬਾਅਦ 'ਚ ਤਾਂ ਤੁਰੇ ਫਿਰਦੇ ਰਹੇ। ਪਹਿਲਾਂ ਵੀ ਕਈਆਂ ਨੇ ਕਿਹਾ ਵੀ ਤੂੰ ਗੀਤ ਰਿਕਾਰਡ ਕਿਉਂ ਨਹੀਂ ਕਰਾਉਂਦਾ। ਉਹ ਕਹਿੰਦਾ ਸੀ ਮੈਂ ਆਪਦੀ ਰੂਹ ਵਾਸਤੇ ਗਾਉਣਾ ਜੀ, ਪਹਿਲਾਂ ਰੂਹ ਵਾਸਤੇ, ਬਾਅਦ 'ਚ ਲੋਕਾਂ ਵਾਸਤੇ। ਜਿੰਨਾ ਚਿਰ ਮੇਰੀ ਆਤਮਾ ਦੀ ਤ੍ਰਿਪਤੀ ਨਹੀਂ ਹੁੰਦੀ ਉਹਨਾਂ ਚਿਰ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ। ਜਦੋਂ ਉਹਨੂੰ ਫੀਲਿੰਗ ਨਹੀਂ ਸੀ ਆਉਂਦੀ ਬਹੁਤੀ ਵਾਰੀ ਵੀ ਗਾਣਾ ਜਿਹੜਾ ਹੈ ਮੂਡ ਨਹੀਂ ਹੁੰਦਾ ਸੀ, ਤੇ ਉਦੋਂ ਸਾਫ਼ ਹੀ ਸਟੇਜ ਤੋਂ ਥੱਲੇ ਉਤਰ ਜਾਂਦਾ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਥਾਈਂ ਹੋਈਆਂ। ਅੱਛਾ ਜੀ। ਬੜੀ ਕਮਾਲ ਦੀ ਗੱਲ ਆ ਕਿ ਉਹ ਐਸੇ ਲੋਕ ਸੀ ਜੋ ਸਿਰਫ ਚੰਗਾ, ਉੱਚਾ ਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਸੁੱਚੀ ਸੁਰ ਦਾ ਗਾਉਂਦੇ ਸੀ, ਤੇ ਇਸੇ ਕਰਕੇ ਉਹ ਵੇਚਣ ਨੂੰ ਤਰਜੀਹ ਨਹੀਂ ਸੀ ਦਿੰਦੇ। ਉਹਨਾਂ ਦੇ ਵਿੱਚ ਦਮ ਇੰਨਾ ਸੀ ਕਿਉਂਕਿ ਆਪਣੇ ਆਪ ਵਿਕਦਾ ਸੀ। ਤੇ ਗੱਲ ਕਰੀਏ ਫਿਰ ਦੁਬਾਰਾ ਹਾਕਮ ਸੂਫੀ ਤੇ ਗੁਰਦਾਸ ਮਾਨ ਦੀ। ਸੁਣਨ 'ਚ ਆਇਆ ਕਿ ਇੱਕ ਵਾਰੀ ਬਹੁਤ ਦੇਰ ਬਾਅਦ ਦੋਵੇਂ ਕਿਸੇ ਸਟੇਜ ਤੇ ਇਕੱਠੇ ਹੋਏ, ਤੇ ਕੈਸੀ ਉਹ ਦੁਪਹਿਰ ਸੀ ਜਦੋਂ ਉਹਨਾਂ ਨੇ ਉਹ ਕੁਝ ਗੀਤ ਗਾਏ, ਤੇ ਫਿਰ ਮਾਹੌਲ ਕਿਹੋ ਜਿਹਾ ਬਣਿਆ। ਤੁਸੀਂ ਕਦੇ ਕਦੇ ਇਸ ਗੱਲ ਦੀ ਥੋੜ੍ਹੀ ਜਿਹੀ ਜਲਨ ਵੀ ਹੁੰਦੀ ਹੈ ਕਿ ਤੁਸੀਂ ਇਹ ਬਹੁਤ ਸਾਰੀਆਂ ਚੀਜ਼ਾਂ ਦੇ ਗਵਾਹ ਰਹੇ ਹੋ, ਤੇ ਆਪ ਤੁਸੀਂ ਇਹ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਨੇ। ਸ਼ਾਇਦ ਇਹ ਪ੍ਰੋਗਰਾਮ ਵੀ ਇਸੇ ਕਰਕੇ ਆ ਕਿ ਤੁਸੀਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਦੱਸੋ। ਦੋਵੇਂ ਮਿੱਤਰ ਪਿਆਰੇ ਜੀ ਦੇਰ ਬਾਅਦ ਸ਼ਹਿਰ 'ਚ ਇਕੱਠੇ ਹੋਣ ਜੀ, ਦੁਪਹਿਰ ਦਾ ਵੇਲਾ ਸੀ ਜੀ, ਤੇ ਦੋਵਾਂ ਨੇ ਰਲ ਕੇ ਗਾਇਆ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ। ਸੱਜਣਾ ਵੇ ਸੱਜਣਾ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਕਿੰਨੀ ਸੋਹਣੀ ਲੱਗਦੀ ਦੁਪਹਿਰ। ਸੱਜਣਾ ਇੰਨਾ ਅੰਤਰ ਧਿਆਨ ਹੋ ਕੇ ਗਾਇਆ ਦੋਵਾਂ ਨੇ।
ਇੰਨਾ ਰੂਹ ਨਾਲ ਇੱਕਮਿਕ ਹੋ ਕੇ ਗਾਇਆ ਦੋਵਾਂ ਨੇ ਕਿ ਜਿੰਨੇ ਵੀ ਉਹ ਗੀਤ ਉਸ ਦੁਪਹਿਰ ਨੂੰ ਸੁਣਿਆ, ਉਹ ਦੁਪਹਿਰ ਹਮੇਸ਼ਾ ਹਮੇਸ਼ਾ ਵਾਸਤੇ ਉਸ ਬੰਦੇ ਦੇ ਮਨ ਤੇ ਮਸਤਕ ਵਿੱਚ ਆਪਦੀ ਛਾਪ ਛੱਡ ਗਈ ਹੋਊਗੀ। ਕਿਉਂਕਿ ਇੱਕ ਨਾ ਜਿਹੜੀ ਲਗਾਤਾਰਤਾ ਤੇ ਇੱਕ ਸੁਰਤਾ ਤੇ ਕੰਟੀਨਿਊਟੀ ਹੈ, ਉਹ ਬੜੇ ਘੱਟ ਲੋਕਾਂ 'ਚ ਬਣਦੀ ਹੈ। ਇਹੋ ਜਿਹੀ ਇੱਕ ਵਾਰੀ ਹੋਰ ਤੁਸੀਂ ਗੱਲ ਚਰਚਾ ਕਰਦੇ ਸੀ ਫਰੀਦਕੋਟ ਤੇ ਕਿਸੇ ਪ੍ਰੋਗਰਾਮ ਵਿੱਚ ਹਾਕਮ ਸੂਫੀ ਜੀ ਦੀ, ਉਸ ਬਾਰੇ ਫਿਰ ਦੱਸੋ ਸਾਨੂੰ। ਹਾਂ, ਠੰਡ ਸੀਗੀ, ਉਸਤਾਦ ਜਮਲਾ ਜੀ ਦਾ ਮੇਲਾ ਜੀ 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 ਫਰੀਦਕੋਟ ਗਾਂਧੀ ਸਕੂਲ 'ਚ, ਤੇ ਮੈਨੂੰ ਫੋਨ ਆ ਗਿਆ ਇਹਦਾ, ਕਹਿੰਦਾ ਵੀ ਤੂੰ ਉੱਥੇ ਆਈ, ਤੇ ਮੈਂ ਉੱਥੇ ਪਹੁੰਚ ਗਿਆ। ਤੇ ਉਦੋਂ ਠੰਡ ਇੰਨੀ, ਤੇ ਉਹਨੂੰ ਫੀਲਿੰਗ ਹੀ ਨਹੀਂ ਆਈ ਜੀ ਗਾਉਣ ਦੀ। ਸਟੇਜ ਤੇ ਗਿਆ, ਡਫਲੀ ਨਾਲ ਸਾਜੀ ਵਾਜੀ, ਔਰ ਲੋਕ ਵੀ ਘੱਟ ਆਏ ਜੀ ਠੰਡ ਕਰਕੇ, ਜਾਂ ਪ੍ਰਬੰਧਕਾਂ ਨੇ ਮੇਲੇ ਦਾ ਆਯੋਜਨ ਹੀ ਢਿੱਲਾ ਕੀਤਾ। ਉਹਨੂੰ ਮਤਲਬ ਨਾ ਗੱਲ ਨਹੀਂ ਬਣੀ, ਗਾਉਣ ਦੀ ਰੂਹ ਦੂਰ ਦੂਰ ਰਹੀ, ਤੇ ਥੋੜਾ ਜਿਹਾ ਗਾ ਕੇ ਸਟੇਜ ਤੋਂ ਤੇ ਉਤਰ ਗਿਆ। ਮੈਨੂੰ ਕਹਿੰਦਾ ਆ ਜਾ ਚਾਹ ਪੀਣੇ ਪਰੇ ਬਹਿ ਕੇ। ਉਹ ਕੰਟੀਨ ਜੀ ਸੀਗੀ ਜੀ ਅਜੀ, ਉੱਤੇ ਚਾਹ ਪੀਣ ਲੱਗ ਗਏ, ਲੋਕ ਆ ਕੇ ਫੋਟੋਆਂ ਖਿਚਾਉਣ ਲੱਗ ਗਏ। ਜੀ ਉਦੋਂ ਹਲੇ ਆ ਸੈਲਫੀ ਵਾਲਾ ਸਿਸਟਮ ਨਹੀਂ ਆਇਆ ਸੀਗਾ। ਸੋ ਕਹਿਣ ਤੋਂ ਭਾਵ ਬਈ ਕਿੱਡੀ ਆਤਮਾ ਪਵਿੱਤਰ ਹੈ ਕਿ ਜੇ ਸੰਗੀਤ ਨਹੀਂ ਆਇਆ, ਔੜਿਆ ਜਾਂ ਬੌੜਿਆ, ਤੇ ਉਹਨੇ ਸਟੇਜ ਤੋਂ ਉਹ ਹੋਰ ਲਾਤੇ ਗਾਉਣੇ ਵਾਲੇ, ਉਹਨੇ ਸਟੇਜ ਤੋਂ ਪਾਸੇ ਕਿਨਾਰਾ ਕਰਨਾ ਠੀਕ ਸਮਝਿਆ। ਯਾਨੀ ਬੇਸੁਰਾ ਨਹੀਂ ਗਾਉਣਾ, ਬੇਸੁਰਾ ਗਾ ਕੇ ਨਹੀਂ ਸੁਣਾਉਣਾ। ਉਹ ਪੰਜਾਬੀ ਦੀ ਇੱਕ ਕਹਾਵਤ ਸੀ ਕਿ ਰਾਗ ਰਸੋਈ ਤੇ ਪਗੜੀ ਹਰ ਵਾਰ ਇੱਕੋ ਜਿਹੀ ਨਹੀਂ ਵੱਜਦੀ। ਕਈ ਵਾਰ ਨਹੀਂ ਵੀ ਸੁਰ ਦਾ ਇਲਹਾਮ ਹੁੰਦਾ, ਤੇ ਨਹੀਂ ਹੋਇਆ ਤੇ ਨਾ ਸਹੀ ਆਪਾਂ ਉਸ ਚੀਜ਼ ਨਾਲ ਧੱਕਾ ਨਹੀਂ ਕਰਦੇ। ਤੇ ਤੁਸੀਂ ਪ੍ਰੋਗਰਾਮ 'ਚ ਗੱਲ ਕੀਤੀ ਹੁਣੇ ਤੁਸੀਂ ਕਿ ਉਹ ਡਫਲੀ ਨਾਲ ਗਾਉਂਦੇ ਸੀ। ਮੈਂ ਸੁਣਿਆ ਡਫਲੀ ਨੂੰ ਸਟੇਜ ਤੇ ਲਿਆਉਣ ਦਾ ਜਿਹੜਾ ਸ਼੍ਰੇਅ ਆ ਉਹ ਵੀ ਉਹਨਾਂ ਦਾ ਹੀ ਆ। ਦੇਖੋ, ਜਿਵੇਂ ਤੁੰਬੀ ਦੇ ਬਾਦਸ਼ਾਹ ਨੂੰ ਤੁੰਬੀ ਦਾ ਕਿਹਾ ਜੀ, ਕਲੀਆਂ ਦੇ ਬਾਦਸ਼ਾਹ ਨੂੰ ਕਲੀਆਂ ਦਾ ਕਿਹਾ, ਭਾਵੇਂ ਕਲੀਆਂ ਪਹਿਲਾਂ ਗਾਈਆਂ ਜਾਂਦੀਆਂ ਸੀ, ਪਹਿਲਾਂ ਵੀ ਕਹੀ ਜਾਂਦੇ ਠੀਕ ਹੈ। ਔਰ ਡਫਲੀ ਜਦੋਂ ਗੁਰਦਾਸ ਮਾਨ ਹੋਰੀ ਇਕੱਠੇ ਸੀਗੇ, ਤੇ ਉਦੋਂ ਡਫਲੀ ਹਾਲੇ ਸਟੇਜਾਂ ਤੇ ਨਹੀਂ ਆਈ ਸੀ। ਇਹ ਤਾਂ ਬਹੁਤ ਘੱਟ ਲੋਕਾਂ ਕੋਲੇ, ਪਿੰਡਾਂ ਪੁੰਡਾਂ ਦੇ ਵਿੱਚ ਜਦੋਂ ਡਫਲੀ ਦੇ ਨਾਲ ਉਹ ਲੋਕ ਮੰਗਣ ਜਾਂਦੇ ਗਾਉਂਦੇ ਸੀਗੇ, ਜਾਂ ਸਵੇਰੇ ਸਵੇਰੇ ਜਿੰਨਾ ਤੇਰਾ ਨਾਮ ਜਪਿਆ ਕਈ ਤਰ ਗਏ ਕਈਆਂ ਨੇ ਤਰ ਜਾਣਾ, ਤੇ ਉਹ ਵਜਾਉਂਦੇ ਸੀ ਨਾ ਜੀ ਜੀ ਬਾਵੇ ਲੋਕ ਭਗਵੇਂ ਕੱਪੜਿਆਂ ਵਾਲੇ। ਤੇ ਇਹਨੂੰ ਲਿਆ ਕੇ ਇੱਜ਼ਤ ਮਾਨ ਬਖਸ਼ੀ। ਉਹ ਤੋਂ ਬਾਅਦ ਗੁਰਦਾਸ ਮਾਨ ਨੇ ਇਹਨੂੰ ਹੋਰ ਵੀ ਇੱਜ਼ਤ ਬਖਸ਼ੀ ਜੀ। ਤੇ ਘੁਗਿਆਣਵੀ ਜੀ ਗੀਤ ਇੱਕ ਹੋਰ ਸੁਣਾਓ, ਫਿਰ ਅਗਲੀ ਵਾਰ ਹੋਰ ਗੱਲਾਂ ਲੈ ਕੇ ਕਰਦੇ ਹਾਂ ਗੱਲ ਆਪਾਂ। ਜ਼ਰੂਰ ਆਓ ਆਪਾਂ ਦੋਸਤੋ, ਹਾਕਮ ਸੂਫੀ ਦਾ ਇੱਕ ਗੀਤ ਹੋਰ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਹਾਏ ਹਾਏ ਨੀ ਚੱਲਾ ਬੋਲ ਪਿਆ ਸ਼ਾਵਾਨੀ, ਚੱਲਾ ਬੋਲ ਪਿਆ ਉਹ ਚੱਲਾ ਕਰ ਮੁੜ ਆਇਆ, ਗਲ ਚੋਲਾ ਪਾਇਆ ਉਹ ਚੱਲਾ ਕਰ ਮੁੜ ਆਇਆ, ਗਲ ਚੋਲਾ ਪਾਇਆ ਉਹ ਮੇਰਾ ਤਨ ਮਨ ਜਿਹੜਾ ਡੋਲ ਗਿਆ ਨੀ। ਹਾਏ ਹਾਏ ਨੀ ਚੱਲਾ, ਹਾਏ ਹਾਏ ਨੀ ਚੱਲਾ ਬੋਲ ਪਿਆ, ਹਾਏ ਹਾਏ ਨੀ ਚੱਲਾ ਬੋਲ ਪਿਆ। ਹਾਕਮ ਸੂਫੀ ਜੀ ਦੇ ਪਰਿਵਾਰਕ ਮੈਂਬਰਾਂ ਦਾ ਉਹਨਾਂ ਬਾਰੇ ਕੀ ਕਹਿਣਾ ਹੈ, ਇਹ ਵੀ ਸੁਣੀਏ। ਮੈਂ ਹਾਕਮ ਸੂਫੀ ਦੀ ਛੋਟੀ ਸਿਸਟਰ ਇੰਦਰਜੀਤ ਕੌਰ, ਇਹ ਵੱਡੇ ਭੈਣ ਜੀ, ਇਹ ਨਾਲ ਮੇਰੇ ਛੋਟਾ ਭੈਣ ਜੀ ਹੈ ਜੀ। ਅਸੀਂ ਸਾਡੇ ਪਰਿਵਾਰ ਨੂੰ ਜਿਹੜੇ ਸੂਫੀ ਪਰਿਵਾਰ ਆ, ਉਹਨਾਂ ਦੇ ਵਿੱਚੋਂ ਅਸੀਂ ਛੋਟੀਆਂ ਭੈਣਾਂ ਵੱਡੀਆਂ ਭੈਣਾਂ ਇਕੱਠੀਆਂ ਹੋ ਕੇ ਅੱਜ ਵੀਰ ਜੀ ਦੇ ਇੰਟਰਵਿਊ ਦੇ ਰਹੀਆਂ ਹਾਂ ਕਿ ਸਾਡੇ ਭਾਈ ਸਾਹਿਬ ਪੰਜਾਬੀ ਨੂੰ, ਸ਼ੁੱਧ ਪੰਜਾਬੀ ਨੂੰ ਗਾਇਆ, ਅਤੇ ਅੱਜ ਕੱਲ੍ਹ ਜੋ ਪੰਜਾਬੀ ਗੀਤ ਚੱਲ ਰਹੇ ਨੇ, ਕਲਚਰ ਗੀਤ, ਉਹਨਾਂ ਤੋਂ ਕਾਫੀ ਦੂਰ ਪਹੁੰਚ ਚੁੱਕੇ ਮੇਰੇ ਵੀਰ ਨੇ। ਪੰਜਾਬੀ ਗੀਤ ਸੱਭਿਆਚਾਰ ਦੀ ਬਹੁਤ ਵਧੀਆ ਸੇਵਾ ਕੀਤੀ ਆ। ਉਹਨਾਂ ਨੇ ਹਮੇਸ਼ਾ ਹੀ ਗੀਤ ਜੋ ਗਾਏ ਆ, ਪੰਜਾਬੀ ਨੂੰ ਵਧੀਆ ਦੇ ਦਿੱਤੀ ਆ। ਉਹ ਵਧੀਆ ਹੀ ਗਾਉਂਦੇ ਸੀ। ਪਹਿਲਾਂ ਉਹ ਜੋ ਵੀ ਗੀਤ ਲਿਖਦੇ ਸਾਡੇ ਪਰਿਵਾਰ ਵਿੱਚ ਬੈਠ ਕੇ ਸਾਨੂੰ ਦੱਸਦੇ, ਸੁਣਾਉਂਦੇ, ਕਹਿੰਦੇ ਵੀ ਦੱਸੋ ਭਾਈ ਇਹ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਨੇ। ਜਿਵੇਂ ਕੋਕਾ ਕਢਵਾ ਦੇ ਮਾਈਆ ਕੋਕਾ, ਇਹ ਵਧੀਆ ਗਾਉਂਦੇ ਆ, ਸਾਨੂੰ ਇਹਨਾਂ ਤੇ ਫਖਰ ਆ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਨਿੰਦਰ ਘੁਗਿਆਣਵੀ ਜੀ, ਤੇ ਪ੍ਰੋਗਰਾਮ ਹੋ ਰਹੀ ਹੈ ਗੱਲਬਾਤ ਅੱਜ ਹਾਕਮ ਸੂਫੀ ਬਾਰੇ। ਤੇ ਹਾਕਮ ਸੂਫੀ ਜੀ ਬਾਰੇ ਇਹ ਕਿਹਾ ਜਾਂਦਾ ਕਿ ਨਾਮ ਤੇ ਰੱਖਿਆ ਸੀ ਘਰਦਿਆਂ ਨੇ ਹਾਕਮ ਸਿੰਘ, ਤੇ ਜਦੋਂ ਉਹਨਾਂ ਨੂੰ ਸੂਫੀਇਜ਼ਮ ਦੀ ਜਾਂ ਜ਼ਿੰਦਗੀ ਦੇ ਵਿੱਚ ਸ਼ਾਂਤੀ ਦੀ ਲੋੜ ਪਈ, ਸਾਧਨਾ ਕੀਤੀ, ਕੁਝ ਸਵਾਲ ਉਪਜੇ, ਫਿਰ ਉਹਨਾਂ ਸਵਾਲਾਂ ਦੇ ਜਵਾਬ ਲੱਭੇ, ਤੇ ਫਿਰ ਇੱਕ ਮੁਰਸ਼ਿਦ ਜੀ ਨਾਲ ਮੁਲਾਕਾਤ ਹੋਈ, ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਜਾਂ ਬਹੁਤ ਸਾਰਾ ਹੋਰ ਕੁਝ ਦੇਖਿਆ, ਤੇ ਫਿਰ ਨਾਮ ਹਾਕਮ ਸਿੰਘ ਤੋਂ ਹਾਕਮ ਸੂਫੀ ਹੋਏ। ਤੇ ਉਹਨਾਂ ਦੇ ਜੀਵਨ ਬਾਰੇ ਇੱਕ ਵਾਰ ਸਾਨੂੰ ਕੁਝ ਗੱਲ ਇਹ ਹੈ, ਉਹਨੇ ਮਨੋਮਨੀ ਗੁਲਾਮ ਮੁਹੰਮਦ ਫਰੀਦ ਨੂੰ ਹਨਾ ਉਸ ਮੰਨ ਲਿਆ ਮੁਰਸ਼ਿਦ ਜੀ। ਤੇ ਉਹੀ ਰੂਹ ਤੇ ਰਾਗ ਦਾ ਇਸ਼ਕ ਜਿਹੜਾ ਸੀ, ਸ਼ਾਦੀ ਨਹੀਂ ਕਰਾਈ। ਜੇ ਕਿਸੇ ਨੇ ਪੁੱਛਿਆ ਵੀ ਸ਼ਾਦੀ ਨਹੀਂ ਕਰਾਉਂਦਾ, ਉਹਨੇ ਉਹ ਕਿਹਾ ਵੀ ਮੈਂ ਤਾਂ ਕਲਾ ਨਾਲ ਇੱਕ ਮੇਕਾਂ ਤੇ ਕਲਾ ਨਾਲ ਵਿਆਹਿਆ ਹੋਇਆ ਜੀ, ਕਬੀਲਦਾਰ ਨਹੀਂ ਸੀਗੇ।
ਜੀ ਜੀ ਠੀਕ ਹੈ। ਉਹਦਾ ਭਰਾ ਨਛੱਤਰ ਬਾਬਾ ਬਹੁਤ ਸਾਰੀਆਂ ਗੱਲਾਂ ਉਹਦੀ ਭੈਣ ਦੱਸਦੀ ਹੈ, ਪਰਿਵਾਰ ਦੱਸਦਾ ਹੈ ਕਿ ਉਹ ਬੇਪਰਵਾਹ ਸੀ, ਘਰ ਦੀ ਵੀ ਪਰਵਾਹ ਨਹੀਂ ਕੀਤੀ। ਪੈਸਾ ਜੋੜਨਾ, ਕਿਹਦੇ ਵਾਸਤੇ ਜੋੜਨਾ, ਪੈਸਾ ਕਿੱਥੇ ਸੀਗਾ, ਟੀਚਰ ਸੀਗਾ, ਤਨਖਾਹ ਆਉਂਦੀ ਸੀ, ਉਹਦੇ ਨਾਲ ਘਰ ਚੱਲਦਾ ਸੀ ਜੀ। ਇਸ ਤੋਂ ਇਲਾਵਾ ਉਹਨੂੰ ਪੂਨੇ ਓਸ਼ੋ ਦੇ ਆਸ਼ਰਮ ਨਾਲ ਪਿਆਰ ਹੋ ਗਿਆ ਜੀ। ਓਸ਼ੋ ਨੂੰ ਪੜ੍ਹ ਕੇ ਉਹਨੂੰ ਕਾਫੀ ਲਾਈਫ ਦੇ ਵਿੱਚ ਤਬਦੀਲੀਆਂ ਲਿਆਇਆ ਉਹ ਜੀ। ਔਰ ਸੰਤ ਸਿੰਘ ਮਸਕੀਨ ਨੂੰ ਵੀ ਉਹ ਸੁਣਦਾ ਰਿਹਾ। ਔਰ ਉਹਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਜ਼ਿੰਦਗੀ ਇੱਕ ਪਾਣੀ ਦਾ ਬੁਲਬੁਲਾ ਹੈ, ਤਾਂ ਉਹਨੂੰ ਇਹ ਨਹੀਂ ਪਤਾ ਸੀ ਵੀ ਮੈਂ ਇੰਨਾ ਘੱਟ ਜਿਉਣਾ ਹੈ, ਠੀਕ ਹੈ ਨਾ। ਪਾਣੀ ਦੇ ਬੁਲਬੁਲੇ ਸਮਾਨ ਉਹਨੇ ਇੱਕ ਜ਼ਿੰਦਗੀ ਨੂੰ ਸਮਝ ਲਿਆ, ਜ਼ਿੰਦਗੀ ਦਾ ਫਲਸਫਾ, ਜ਼ਿੰਦਗੀ ਦਾ ਭੇਤ, ਜ਼ਿੰਦਗੀ ਦੀ ਅਹਿਮੀਅਤ ਨਾ ਅਹਿਮੀਅਤ ਬਾਰੇ ਜਦੋਂ ਫਨਕਾਰ ਨੂੰ, ਲਿਖਾਰੀ ਨੂੰ, ਚਿੱਤਰਕਾਰ ਨੂੰ, ਕਲਾਕਾਰ ਨੂੰ ਇਲਮ ਹੋ ਜੇ ਨਾ ਕਿ ਅਸੀਂ ਤਾਂ ਇੱਥੇ ਨਾਟਕ ਕਰਨ ਆਏ ਸੀਗੇ ਸਟੇਜ ਦੇ ਉੱਤੇ, ਜ਼ਿੰਦਗੀ ਇੱਕ ਨਾਟਕ ਹੈ, ਜ਼ਿੰਦਗੀ ਇੱਕ ਰੰਗਮੰਚ ਹੈ, ਹਰ ਕੋਈ ਬੰਦਾ ਪਾਤਰ ਹੈ, ਸਟੇਜ ਤੇ ਆਉਂਦਾ ਹੈ, ਨਾਟਕ ਕਰਦਾ ਹੈ ਤੇ ਉਹ ਆਪਦਾ ਕਿਰਦਾਰ ਨਿਭਾ ਕੇ ਸਟੇਜ ਤੋਂ ਥੱਲੇ ਤੁਰਿਆ ਜਾਂਦਾ। ਇਵੇਂ ਇੱਕ ਜ਼ਿੰਦਗੀ ਸਮਾਨ ਜਦੋਂ ਉਹਨੂੰ ਸਮਝ ਆ ਗਈ ਸੀ ਇਹਨਾਂ ਗੱਲਾਂ ਦੀ। ਜੀ। ਆਚਾਰਿਆ ਰਜਨੀਸ਼ ਕੋਲ ਰਹਿਣਾ, ਸਾਈਂ ਫਰੀਦ ਜੀ ਨੂੰ ਆਪਣਾ ਗੁਰੂ ਮੰਨ ਲੈਣਾ ਤੇ ਸੰਤ ਸਿੰਘ ਮਸਕੀਨ ਵਰਗੇ ਬੰਦਿਆਂ ਨਾਲ ਤੋਂ ਪ੍ਰਭਾਵਿਤ ਹੋਣਾ, ਇਹਨਾਂ ਸਾਰੀਆਂ ਚੀਜ਼ਾਂ ਨੇ ਹਾਕਮ ਸੂਫੀ ਨੂੰ ਬਣਾਇਆ। ਗੱਲ ਇਹ ਹੈ ਵੀ ਕਈ ਬੰਦੇ ਨਾ ਦੇ ਮੈਂ ਜੀ ਦਰਵੇਸ਼ ਗਾਇਕ ਹਨਾ, ਆਪਦੇ ਆਪ ਕੋਈ ਨਹੀਂ ਕੁਛ ਹੁੰਦਾ। ਔਰ ਦਰਵੇਸ਼ ਤਾਂ ਰੁੱਖਾਂ ਦੀ ਜਿਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ, ਦਰਵੇਸ਼ ਤਾਂ ਰੁੱਖਾਂ ਦਾ ਵੀ ਭਲਾ ਮੰਗਦੇ ਆ ਜੀ। ਕਹਿਣ ਤੋਂ ਭਾਵ ਹੈ ਕਿ ਉਹ ਸੂਫੀ ਜਿਹੜਾ ਸੀ ਉਹਨੂੰ ਉਹਦੀ ਨੇਚਰ ਤੇ ਉਹਦੇ ਸੁਭਾਅ ਤੇ ਉਹਦਾ ਵਿਅਕਤੀਤਵ ਵੇਖ ਕੇ ਲੋਕਾਂ ਨੇ ਸੂਫੀ ਕਹਿਣਾ ਸ਼ੁਰੂ ਕਰ ਦਿੱਤਾ। ਜਿਹੜਾ ਆਪਣੇ ਆਪ ਹੀ ਨਾਲ ਲੋਕ ਲਾਈ ਫਿਰਦੇ ਆ ਉਹਦੀ ਹੋਰ ਗੱਲ ਹੈ। ਸੋ ਉਹਦਾ ਜਿਹੜਾ ਸੀ ਨਾ ਉਹਨੂੰ ਕੁਦਰਤ ਨਾਲ ਪਿਆਰ ਸੀ। ਜੋ ਕੁਝ ਉਹਨਾਂ ਦੇ ਮਨ 'ਚ, ਮਸਤਕ 'ਚ, ਦਿਮਾਗ 'ਚ ਸੀ ਉਹਨਾਂ ਦੇ ਲੇਖਣੀ 'ਚ ਵੀ ਝਲਕਦਾ ਤੇ ਉਹਨਾਂ ਦੇ ਗਾਉਣ ਦੇ ਸਟਾਈਲ 'ਚ ਵੀ। ਤੇ ਫਿਰ ਇੰਨਾ ਚੰਗਾ ਤੇ ਇੰਨਾ ਉੱਚਾ ਸੁੱਚਾ ਹੋਣ ਦੇ ਬਾਵਜੂਦ ਵੀ ਜਿਹੜੀਆਂ ਗੱਲਾਂ ਕੁਝ ਉਹਨਾਂ ਨਾਲ ਗੁਰਦਾਸ ਮਾਨ ਦੇ ਰੇੜਕੇ ਦੀਆਂ ਨੇ ਉਹ ਕੀ ਨੇ ਤੇ ਕਿਵੇਂ ਨੇ? ਕੋਈ ਰੇੜਕਾ ਨਹੀਂ ਹੈ ਜੀ। ਗੁਰਦਾਸ ਮਾਨ ਨੂੰ ਵੀ ਜਦੋਂ ਲੋਕਾਂ ਨੇ ਸਵਾਲ ਕੀਤਾ ਹੈ ਤਾਂ ਉਹਨੇ ਬੜੀ ਨਿਮਰਤਾ ਨਾਲ ਉਹਦਾ ਜਵਾਬ ਦਿੱਤਾ ਹੈ। ਮਤਲਬ ਹਾਕਮ ਵੀ ਇਹ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ, ਸੂਫੀ ਕਹਿੰਦੇ ਸੀ ਕਿ ਅਸੀਂ ਦੋਵੇਂ ਸਮਕਾਲੀ ਹਾਂ, ਇੱਕੋ ਸ਼ਹਿਰ ਦੇ ਆਂ, ਮਿੱਤਰ ਹਾਂ, ਅਸੀਂ ਇਕੱਠੇ ਗਾਉਂਦੇ ਰਹੇ ਹਾਂ, ਗੁਰੂ ਚੇਲੇ ਵਾਲੀ ਕੋਈ ਗੱਲ ਨਹੀਂ। ਪਰ ਲੋਕਾਂ ਨੇ ਇੱਕ ਜਿਹੜੀ ਸੀ ਉਹ ਪੇਸਟ ਕਰ ਦਿੱਤਾ ਕਿ ਇਹ ਉਹਦਾ ਗੁਰੂ ਸੀ। ਠੀਕ ਹੈ। ਗੁਰਦਾਸ ਮਾਨ ਹੋਰੀ ਵੀ ਇਹ ਗੱਲ ਨੂੰ ਕਹਿੰਦੇ ਆ ਕਿ ਮੇਰਾ ਮਿੱਤਰ ਸੀ ਉਹ। ਮਨ ਮਟਾਵ, ਕਮਿਊਨੀਕੇਸ਼ਨ ਗਾਇਬ, ਲਗਾਤਾਰਤਾ ਨਾ ਰਹੇ, ਮੇਲ ਗੇਲ ਘੱਟ ਹੋ ਜਾਏ, ਇਹ ਗੱਲਾਂ ਆਮ ਤੌਰ ਤੇ ਜ਼ਿੰਦਗੀ 'ਚ ਸਾਡੇ ਪਰਿਵਾਰਾਂ 'ਚ ਵੀ ਵਾਪਰਦੀਆਂ ਰਹਿੰਦੀਆਂ। ਪਰ ਜਦੋਂ ਮਿਲਦੇ ਸੀ ਸਤਿਕਾਰ ਇੱਕ ਦੂਜੇ ਦਾ ਕਰਦੇ ਸੀ, ਕੋਈ ਕੜੱਤਣ ਵਾਲੀ ਗੱਲ ਨਹੀਂ ਮੈਨੂੰ ਦਿਖੀ। ਕਿਉਂਕਿ ਜਦੋਂ ਮੈਂ ਹਾਕਮ ਨੂੰ ਮਿਲਦਾ ਸੀ ਸੂਫੀ ਸਾਹਿਬ ਨੂੰ ਜੀ, ਉਹ ਕਦੇ ਚੁਗਲੀ ਨਹੀਂ ਸੀ ਕਰਦਾ ਜੀ, ਜਾਂ ਕਦੀ ਉਹ ਮੰਦਾ ਨਹੀਂ ਸੀ ਉਹਨਾਂ ਬਾਰੇ ਬੋਲਦਾ। ਉਹ ਕਹਿੰਦਾ ਸੀ ਵੀ ਮੇਰਾ ਬਹੁਤ ਪਿਆਰਾ ਮਿੱਤਰ ਹੈ। ਇਹੋ ਜਿਹਾ ਕਿਹਾ ਕਦੇ ਗੁਰਦਾਸ ਮਾਨ ਨੇ ਵੀ ਕੁਝ ਨਹੀਂ ਬਿਲਕੁਲ। ਪਰ ਤੇ ਦੋਨੋਂ ਇੱਕ ਸ਼ਹਿਰ ਤੋਂ ਸੀ ਤੇ ਕਦੇ ਇਕੱਠੇ ਗਾਉਂਦੇ ਸੀ ਤੇ ਗੁਰਦਾਸ ਮਾਨ ਜ਼ਿਆਦਾ ਵਪਾਰਕ ਹੋ ਗਏ ਤੇ ਉਹ ਥੋੜੇ ਜਿਹੇ ਦੁਨਿਆਵੀ ਘੱਟ ਸੀ। ਇਸੇ ਕਰਕੇ ਲੋਕਾਂ ਦੀਆਂ ਬਣਾਈਆਂ ਗੱਲਾਂ ਨੇ ਕੁੱਲ ਮਿਲਾ ਕੇ। ਅਸਲ 'ਚ ਕੀ ਹੁੰਦਾ, ਲੱਕ ਹੁੰਦਾ ਹਰ ਇੱਕ ਬੰਦੇ ਦਾ ਜੀ। ਕੋਈ ਬੰਦੇ ਦੀ ਲਾਈਨ ਜਿਹੜੀ ਹੈ ਉਹ ਲਾਈਨ ਇਖਤਿਆਰ ਕਰ ਲੈਂਦਾ, ਉਹ ਆਪਣੀ ਮਸਤੀ ਤੇ ਨੱਕ ਦੀ ਸੇਧ 'ਚ ਤੁਰਿਆ ਜਾਂਦਾ। ਇੱਕ ਸਮਾਂ, ਸਬੱਬ ਤੇ ਵਿਧਾ, ਇਹ ਤਿੰਨ ਚੀਜ਼ਾਂ ਬਣਦੀਆਂ। ਕੋਈ ਵੇਲਾ ਸੀ ਉਹ ਇਕੱਠੇ ਸੀ ਜੀ, ਗਾਉਂਦੇ ਸੀ, ਰਹਿੰਦੇ ਸੀ, ਫਿਰ ਰਾਹ ਅਲੱਗ-ਅਲੱਗ ਬਣੇ, ਉਹ ਟੀਚਰ ਬਣ ਗਿਆ, ਉਹ ਐਕਟਰ ਤੇ ਗਾਇਕ ਬਣ ਗਏ ਜੀ। ਫਿਰ ਅਲੱਗ-ਅਲੱਗ ਥਾਵਾਂ, ਪ੍ਰਸਥਾਨ ਜਿਹੜੇ ਆ ਉਹ ਤੁਹਾਡੇ ਬਦਲ ਜਾਂਦੇ ਆ। ਜਦੋਂ ਥਾਵਾਂ ਬਦਲਦੀਆਂ ਉਦੋਂ ਤੁਹਾਡਾ ਸੁਭਾਅ ਬਦਲਦਾ, ਨੇਚਰ ਬਦਲਦੀ ਆ। ਉਹ ਐਂ ਕਰਕੇ ਮਤਲਬ ਜਦੋਂ ਤੁਹਾਡੇ ਰਾਹ ਪਾਟਦੇ ਆ ਫਿਰ ਤੁਹਾਡੀ ਸੋਚ 'ਚ ਵੀ ਤਬਦੀਲੀ ਆਉਂਦੀ ਹੈ, ਤੁਹਾਡੀ ਸ਼ਖਸੀਅਤ ਦੇ ਵਿੱਚ ਵੀ ਤਬਦੀਲੀ ਆਉਂਦੀ ਜੀ, ਜ਼ਿੰਦਗੀ ਦੇ ਤੌਰ ਤਰੀਕੇ ਬਦਲ ਜਾਂਦੇ ਨੇ ਜੀ। ਤੇ ਇੱਕ ਗੀਤ ਸੁਣਾਈਏ ਫਿਰ ਉਹਨਾਂ ਦਾ। ਬਿਲਕੁਲ। ਹਾਕਮ ਸੂਫੀ ਦੇ ਗੀਤ ਤੋਂ ਬਾਅਦ ਗੱਲਾਂ ਆਪਾਂ ਇਵੇਂ ਹੀ ਕਰਾਂਗੇ। ਹਾਏ ਹਾਏ ਨੀ ਚੱਲਾ ਬੋਲ ਪਿਆ ਸ਼ਾਵਾਨੀ, ਚੱਲਾ ਬੋਲ ਪਿਆ ਉਹ ਚੱਲਾ ਕਰ ਮੁੜੀ ਆਇਆ, ਗਲ ਚੋਲਾ ਪਾਇਆ, ਉਹ ਚੱਲਾ ਕਰ ਮੁੜੀ ਆਇਆ, ਗਲ ਚੋਲਾ ਪਾਇਆ, ਉਹ ਮੇਰਾ ਤਨ ਮਨ ਜਿਹੜਾ ਡੋਲ ਗਿਆ ਨੀ। ਹਾਏ ਹਾਏ ਨੀ ਚੱਲਾ, ਹਾਏ ਹਾਏ ਨੀ ਚੱਲਾ ਬੋਲ ਪਿਆ, ਹਾਏ ਹਾਏ ਨੀ ਚੱਲਾ ਬੋਲ ਪਿਆ। ਬਹੁਤ ਗੱਲਾਂ ਕੀਤੀਆਂ ਅਸੀਂ ਹਾਕਮ ਸੂਫੀ ਜੀ ਬਾਰੇ, ਬਹੁਤ ਲੋਕਾਂ ਨੇ ਉਹਨਾਂ ਬਾਰੇ ਬਹੁਤ ਕੁਝ ਕਿਹਾ, ਉਹਨਾਂ ਬਾਰੇ ਰਿਸਰਚ ਵੀ ਹੋਈ ਤੇ ਉਹਨਾਂ ਬਾਰੇ ਕੁਝ ਦੱਸਿਆ ਸਾਨੂੰ। ਬੜੇ ਵਧੀਆ ਗੀਤਕਾਰ ਨੇ ਮਨਪ੍ਰੀਤ ਟਿਵਾਣਾ ਜੀ, ਉਹਨਾਂ ਦੀ ਗੱਲ ਸੁਣਦੇ ਹਾਂ। ਹਾਕਮ ਸੂਫੀ ਸਾਹਿਬ
ਪੰਜਾਬੀ ਗਾਇਕੀ 'ਚ ਬਹੁਤ ਵੱਡਾ ਨਾਮ ਹੋਇਆ, ਪੰਜਾਬੀ ਗੀਤਕਾਰੀ 'ਚ ਬਹੁਤ ਵੱਡਾ ਨਾਮ। ਤੇ ਇਹ ਨਾਮ ਜਿਹੜਾ ਹੈ ਜਦੋਂ ਤੱਕ ਦੁਨੀਆ ਰਹੂਗੀ ਉਦੋਂ ਤੱਕ ਇਹ ਨਾਮ ਬੜੇ ਸਤਿਕਾਰ ਨਾਲ, ਬੜੇ ਪਿਆਰ ਨਾਲ ਅਸੀਂ ਸਾਰੇ ਲੈਂਦੇ ਰਵਾਂਗੇ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੇਰੇ ਲਿਖੇ ਗੀਤ ਸੂਫੀ ਸਾਹਿਬ ਨੂੰ ਬਹੁਤ ਪਸੰਦ ਆਏ ਕੁਝ ਗੀਤ, ਤੇ ਉਹਦੇ ਵਿੱਚੋਂ ਇੱਕ ਗੀਤ, ਉਹਨਾਂ ਸਾਰੇ ਗੀਤਾਂ ਦੇ ਵਿੱਚੋਂ ਉਹਨਾਂ ਨੇ ਗਾਇਆ, ਜਿਨ੍ਹਾਂ ਰਾਹਾਂ 'ਚੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਂਦੀਆਂ ਹਵਾਵਾਂ ਨੂੰ ਸਲਾਮ। ਸੋ ਮੇਰੇ ਲਈ ਬਹੁਤ ਵੱਡੇ ਖੁਸ਼ੀ ਦੇ ਮੌਕੇ ਸੂਫੀ ਸਾਹਿਬ ਦੇ ਨਾਲ ਆਏ, ਉਹ ਇਸ ਕਰਕੇ ਕਿਉਂਕਿ ਬਹੁਤ ਵੱਡੇ ਗਵਈਏ, ਬਹੁਤ ਵੱਡੇ ਲੇਖਕ ਸੀ, ਬਹੁਤ ਵਧੀਆ ਇਨਸਾਨ ਸੀ। ਸੋ ਉਹ ਇੱਕ ਬਹੁਤ ਸਾਫ਼ ਦਿਲ ਇਨਸਾਨ ਸੀਗੇ, ਬੜੇ ਸਾਦਗੀ ਨਾਲ ਰਹਿੰਦੇ ਸੀ, ਸਾਦਾ ਪਹਿਰਾਵਾ, ਸਾਦਾ ਬੋਲਣਾ, ਸਾਦਾ ਲਿਖਣਾ, ਸਾਦਾ ਗਾਉਣਾ, ਤੇ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਰੰਗ ਸੀ ਉਹ ਸਾਦਗੀ ਬਹੁਤ ਸੀ। ਇੱਕ ਵਾਰ ਫਾਜ਼ਿਲਕਾ ਮੇਲੇ ਤੇ ਕੁਝ ਉਹਨਾਂ ਦੀ ਖਾਸ ਘਟਨਾ ਸੀ ਕਿ ਫਾਜ਼ਿਲਕਾ ਕਿਸੇ ਮੇਲੇ ਤੇ ਗਏ ਹਾਕਮ ਸਾਹਿਬ, ਤੇ ਉਹ ਕਿਹੋ ਜਿਹਾ ਰੰਗ ਬਣਿਆ? ਮੈਨੂੰ ਫੋਨ ਆਇਆ ਕਿ ਫਾਜ਼ਿਲਕਾ ਉਸਤਾਦ ਦਾ ਮੇਲਾ ਲੱਗਣਾ, ਤੇ ਮੈਂ ਬੱਸ ਫੜੀ ਕੇ ਪਿੰਡੋਂ ਫਾਜ਼ਿਲਕੇ ਚਲਾ ਗਿਆ ਸਰਕਾਰੀ ਕਾਲਜ ਦੇ ਵਿੱਚ, ਤੇ ਇਹਦਾ ਪ੍ਰੋਗਰਾਮ ਸੀ। ਇਹ ਆਪਦੇ ਸਾਜੀ ਸੂਜੀ ਲੈ ਕੇ ਉੱਥੋਂ ਆਇਆ ਵਾ ਸੀ, ਤੇ ਇਹਨੇ ਨਾ ਯਾਰ ਉੱਥੇ ਗਾਇਆ, ਚਰਖੇ ਦੀ ਟੁੱਟ ਗਈ ਮਾਲ ਤੋਂ ਲੈ ਕੇ, ਪਾਣੀ ਵਿੱਚ ਮਾਰਾਂ ਡੀਟਾਂ ਤੋਂ ਲੈ ਕੇ, ਔਰ ਕਿੱਥੇ ਲਾਏ ਨੇ ਸੱਜਣਾ ਡੇਰੇ, ਕਿਉਂ ਭੁੱਲ ਗਿਆ ਪਾਉਣੇ ਫੇਰੇ, ਜਵਾਨੀ ਬੁਸ਼ਕਰਾਂ ਮਾਰੇ, ਜਵਾਨੀ ਬੁਸ਼ਕਰਾਂ, ਜਵਾਨੀ ਕੀ ਮੁੰਡੇ ਸੀਟੀਆਂ ਮਾਰਨ, ਤੇ ਬੜਾ ਸਵਾਗਤ ਇਹਦਾ ਹੋਇਆ। ਫਿਰ ਇਹਨੇ ਮਤਲਬ ਨਾ ਇੰਨਾ ਸੋਹਣਾ ਗਾਇਆ ਕਿ ਬੀਬੀਆਂ ਨੇ ਇਹਦਾ ਸਿਰ ਪਲੋਸਿਆ ਜੀ, ਤੇ ਅੱਠ ਨੇ ਵਾਹਵਾ ਹਨੇਰਾ ਹੋ ਗਿਆ, ਜੱਸੋਵਾਲ ਸਾਹਿਬ ਵੀ ਆਏ ਹੋਏ ਸੀ, ਤੇ ਅੱਠ ਨੇ ਮੈਨੂੰ ਕਹਿੰਦਾ ਵੀ ਤੂੰ ਹੁਣ ਪਿੰਡ ਨਾ ਜਾਈਂ। ਮੈਂ ਕਿਹਾ ਮੈਂ ਪਿੰਡ ਜਾਊਂਗਾ ਤੇ ਮੈਨੂੰ ਬੱਸ ਹੀ ਨਹੀਂ ਮਿਲਣੀ ਜੀ, ਤੇ ਮੈਨੂੰ ਗੱਡੀ 'ਚ ਨਾਲੇ ਬਿਠਾ ਲਿਆ ਵੀ ਮੈਂ ਆਪਦੀ ਭੂਆ ਕੋਲੇ ਰਹਿ ਲੂੰ ਜੀ। ਤੇ ਰਾਤ ਨੂੰ ਹਨੇਰੇ ਹੋਏ, ਅਸੀਂ ਗਿੱਦੜਬਾਹੇ ਆਏ ਤੇ ਮੈਨੂੰ ਭੂਆ ਕੇ ਘਰੇ ਤਾਰਤਾ, ਤੇ ਮੈਂ ਆਪਦਾ ਆ ਕੇ ਸੌਂ ਗਿਆ। ਸਵੇਰੇ ਸਾਈਕਲ ਚੱਕਿਆ ਤੇ ਭੂਆ ਕੇ ਘਰੇ ਗਲੀ ਦੇ ਵਿੱਚ, ਮੈਂ ਉੱਥੇ ਮੰਜੇ ਤੇ ਬੈਠਾ ਸੀ ਭੂਆ ਕੋਲੇ, ਤੇ ਇਹ ਸਾਈਕਲ ਤੇ ਆਈ ਜਾਵੇ, ਤੇ ਰਾਹ 'ਚ ਕੁਛ ਬੁੜੀਆਂ ਭਾਬੀ ਦੀ ਥਾਂ ਲੱਗਦੀਆਂ ਸੀ, ਉਹ ਇਹਦਾ ਸਿਰ ਪਲੋਸਣ ਲੱਗੀਆਂ, ਹਾਕਮਾ ਤਗੜਾ ਹੈ, ਹਾਕਮਾ ਤਗੜਾ ਹਾਂ। ਤੇ ਇੱਕ ਬੁੜੀ ਸੀਗੀ, ਉਹਨੂੰ ਕਹਿੰਦਾ ਭਾਬੀ ਮੈਂ ਕੱਲ ਨਾ ਫਾਜ਼ਿਲਕਾ ਗਾਇਆ, ਕਮਾਲਾਂ ਕਰਤੀਆਂ, ਜਿਵੇਂ ਤੂੰ ਸਿਰ ਪਲੋਸਦੀ ਐ, ਮੇਰਾ ਉੱਥੇ ਬੀਬੀਆਂ ਨੇ ਸਿਰ ਪਲੋਸਿਆ, ਤੇ ਜੇ ਤੈਨੂੰ ਨਹੀਂ ਯਕੀਨ ਆਉਂਦਾ ਨਾ ਆਹ ਤੂੰ ਮੁੰਡੇ ਨੂੰ ਪੁੱਛ ਲਾ ਜੀ। ਇਹ ਮੌਕੇ ਦਾ ਗਵਾਹ ਸੀ ਉੱਥੇ, ਤੇ ਮਤਲਬ ਮੇਰੀ ਗਵਾਹੀ ਭਰਾਵੇ ਉਹਨਾਂ ਤੋਂ ਜੀ। ਤੇ ਉਹ ਕਹਿੰਦਾ ਹਾਕਮਾ ਸਾਨੂੰ ਤੇਰੀ ਭੁੱਲ ਹੈ ਛੇੜਨ ਲੱਗ ਗਈਆਂ ਵੀ ਤੂੰ ਕਿੰਨਾ ਸੋਹਣਾ ਗਾਉਣਾ, ਸਾਨੂੰ ਕਿਹੜਾ ਪਤਾ ਨਹੀਂ। ਤੇ ਮਤਲਬ ਉਹ ਇੰਨਾ ਆਪਣਤ, ਗਲੀ ਦੇ ਵਿੱਚ ਨਿਆਣੇ ਇਕੱਠੇ ਹੋ ਗਏ, ਔਰ ਹੋਰ ਔਰਤਾਂ ਆ ਗਈਆਂ, ਸਿਆਣੇ ਬਿਆਣੇ, ਮਤਲਬ ਉਹ ਨਾ ਸਾਈਕਲ ਦੇ ਉੱਤੇ ਜਾਂਦਾ ਜਾਂਦਾ ਜਿਹਦੇ ਨਾਲ ਮਰਜ਼ੀ ਗੱਲਾਂ ਲੱਗ ਪੈਂਦਾ ਸੀ, ਤੇ ਜਿੰਨਾ ਚਿਰ ਮਰਜ਼ੀ ਗੱਲਾਂ ਕਰੀ ਜਾਂਦਾ ਸੀ, ਤੇ ਫਿਰ ਘਰ ਨੂੰ ਆ ਜਾਂਦਾ। ਨਰਿੰਦਰ ਜੀ ਇੱਕ ਹੋਰ ਗੱਲ ਦੱਸੋ ਕਿ ਇਹ ਜਿੰਨੇ ਉੱਚੇ ਸੁੱਚੇ ਲੋਕ ਸੀ, ਜਿੰਨਾ ਪੜ੍ਹੇ ਲਿਖੇ ਸੀ, ਜਿੰਨੇ ਦਾਰਸ਼ਨਿਕ ਸੀ, ਜਦੋਂ ਰਿਕਾਰਡ ਕਰਦੇ ਸੀ ਜਾਂ ਗਾਉਂਦੇ ਸੀ ਤੇ ਬਹੁਤ ਉੱਚ ਪਾਏ ਦਾ ਗਾਉਂਦੇ ਸੀ, ਤੇ ਕੀ ਫਿਰ ਸਟੇਜ ਵੀ ਇਹੋ ਜਿਹੀ ਬਣਦੇ ਸੀ? ਮੈਂ ਦੱਸਿਆ ਵੀ ਸਟੇਜ ਤੇ ਇਹੋ ਜਿਹੇ ਬੰਦਿਆਂ ਨੂੰ ਨਾ ਲੋਕਾਂ ਦਾ ਰਸ਼ ਵੇਖ ਕੇ ਜੋਸ਼ ਆਉਂਦਾ ਸੀ ਜੀ। ਮੈਂ ਕਈ ਵਾਰੀ ਸੁਰਿੰਦਰ ਕੌਰ ਦੀ ਗੱਲ ਇੱਥੇ ਕੀਤੀ ਹੈ ਕਿ ਉਹ ਸਰੋਤਿਆਂ ਨੂੰ ਵੇਖ ਕੇ ਗਾਉਣ ਵਾਲੀ ਹੋ ਜਾਂਦੀ ਸੀ, ਚਿਹਰੇ ਤੇ ਜਲਾਅ ਆ ਜਾਣਾ, ਗਾਉਣ ਅੰਦਰੋਂ ਆਪਣੇ ਆਪ ਹੀ ਲੂਹਰੀਆਂ ਉੱਠਣੀਆਂ ਜੀ। ਇਵੇਂ ਇਹ ਹਾਕਮ ਸੂਫੀ ਨੂੰ ਜਦੋਂ ਲੋਕਾਂ ਦੀ ਭੀੜ ਵੇਂਦਾ ਸੀ ਤੇ ਜੋਸ਼ ਆਉਂਦਾ ਸੀ, ਫਿਰ ਉਹ ਮਤਲਬ ਜਿਹੜੀ ਡਫਲੀ ਹੈ ਉਹ ਤੇ ਤਾਲ ਦਿੰਦਾ ਸੀ, ਤੇ ਜਿਹੜੇ ਸਾਜੀ ਹੈ ਉਹ ਸਾਜ਼ ਇੰਨੇ ਕੁ ਸੁਰ ਕਰਦੇ ਸੀ ਨਾਲ, ਕਦੇ ਕਦੇ ਉਹ ਢੋਲ ਜਿਹੜਾ ਵੱਜਦਾ ਢੋਲ ਨਾ ਉਹਦੇ ਤੋਂ ਅੱਕ ਜਾਂਦਾ ਸੀ। ਯਾਰ ਮੈਂ ਇੱਕ ਰੂਹ ਨਾਲ ਇੱਕ ਰਾਬਤਾ ਜੋੜ ਰਿਹਾ ਸੁਰ ਨਾਲ ਲੋਕਾਂ ਦਾ, ਤੁਸੀਂ ਮਤਲਬ ਖੜਕਾ ਇੰਨਾ ਨਾ ਕਰੋ, ਪੈੜ ਦੇ ਉੱਤੇ ਡਾਂਗਾ ਜੀਆਂ ਮਾਰ ਕੇ, ਮਤਲਬ ਮਿਠਾਸ ਰੱਖੋ। ਘੂਰ ਵੀ ਦਿੰਦਾ ਸੀ ਆ ਪਰ ਬੜੇ ਪਿਆਰ ਨਾਲ, ਪਰ ਸੁਣਨ ਵਾਲਿਆਂ ਨੂੰ ਦੇਖ ਕੇ ਗਾਉਣਾ ਫੁੱਟਦਾ ਸੀ, ਗਾਉਣਾ ਫੁੱਟਦਾ ਸੀ, ਪਰ ਸਟੇਜ ਤੇ ਉੱਤੇ ਜਿਹੜੀ ਉਹਦੀ ਪੇਸ਼ਕਾਰੀ ਸੀਗੀ ਉਹ ਬਹੁਤ ਕਮਾਲ ਸੀ। ਜਦੋਂ ਅਸੀਂ ਨਾਮ ਲੈਂਦੇ ਹਾਂ ਹਾਕਮ ਸੂਫੀ, ਤੇ ਹਾਕਮ ਤੋਂ ਐਂ ਲੱਗਦਾ ਜਿਵੇਂ ਕੋਈ ਬੜਾ ਡੋਮੀਨੇਟਿੰਗ ਕਰੈਕਟਰ ਹੋਵੇ, ਜਾਂ ਬਹੁਤ ਤਗੜੇ ਜੁੱਸੇ ਦਾ ਬੰਦਾ ਹੋਵੇ, ਤੇ ਬੜਾ ਕਾਬੂ 'ਚ ਰੱਖਣ ਵਾਲਾ, ਲੋਕਾਂ ਨੂੰ ਕਾਬੂ ਕਰਨ ਵਾਲਾ ਹੋਵੇ। ਆਮ ਜ਼ਿੰਦਗੀ 'ਚ ਹਾਕਮ ਜੀ ਸੀਗੇ ਕਿਹੋ ਜਿਹੇ ਸੀ? ਹਾਕਮ ਦਾ ਮਤਲਬ ਵੀ ਹੁੰਦਾ ਹਾਕਮ, ਹੁਕਮ ਕਰਨ ਵਾਲਾ, ਰਾਜ ਕਰਨ ਵਾਲਾ, ਠੀਕ ਹੈ ਨਾ। ਪਰ ਉਹ ਇਹ ਜਿਹੜਾ ਹਾਕਮ ਸੀ, ਇੱਕ ਸਾਊ ਪਤਲੇ ਸਰੀਰ ਵਾਲਾ, ਔਰ ਦਿੱਖ ਪੁੱਖ ਜਿਹੜੀ ਸੀ ਇੱਕ ਸਧਾਰਨ, ਇੱਕ ਸਿੰਪਲ, ਇੱਕ ਸਾਈਕਲ ਤੇ ਜਾਣ ਵਾਲਾ ਮਾਸਟਰ ਹਾਕਮ ਸੂਫੀ, ਇਸ ਤਰ੍ਹਾਂ ਦੀ ਉਹਦੀ ਦਿੱਖ ਸੀ। ਸਾਦੀ ਜੁੱਤੀ ਜਾਂ ਸਾਦੀ ਚੱਪਲ, ਸਾਦੇ ਘਰ 'ਚ ਰਹਿਣ ਵਾਲਾ, ਸਾਦਾ ਖਾਣ ਵਾਲਾ, ਸਾਦੇ ਲੋਕਾਂ 'ਚ ਸਾਦੀ ਬੋਲੀ ਬੋਲਣ ਵਾਲਾ, ਬਹੁਤ ਹੀ ਵਧੀਆ ਤਬੀਅਤ, ਬਹੁਤ ਫਕਰ ਤਬੀਅਤ ਦੇ ਮਾਲਕ, ਕੁਦਰਤ ਨੂੰ ਪਿਆਰ ਕਰਨ ਵਾਲੇ, ਡਰਾਇੰਗ ਦੇ ਟੀਚਰ, ਜਿਨ੍ਹਾਂ ਨੇ ਆਪਣੇ ਸਕੂਲ ਤੇ ਪਿੰਡ ਦੇ ਸ਼ਮਸ਼ਾਨ ਵਿੱਚ ਵੀ ਬਹੁਤ ਸਾਰੇ ਦਰਖਤ ਲਵਾਏ, ਤੇ ਇਹੋ ਜਿਹੇ ਵਧੀਆ ਸੁਹਿਰਦ ਇਨਸਾਨ
ਤੇ ਬੜੀ ਥੋੜੀ ਜੀ ਉਮਰ ਭੋਗੀ ਉਹਨਾਂ ਨੇ, ਕੋਈ ਜ਼ਿਆਦਾ ਉਮਰ ਨਹੀਂ, 60 ਸਾਲ ਦੀ ਸਿਰਫ ਉਮਰ, ਰਿਟਾਇਰ ਹੋਏ ਸੀ ਕਿ ਜਲਦੀ ਉਹਨਾਂ ਦੀ ਜਿਹੜੀ ਮੌਤ ਹੋ ਗਈ। ਤੇ ਇਹ ਕੀ ਰਿਹਾ ਉਹਨਾਂ ਦੀ ਸਬਬ, ਕਿਹੋ ਜੀ ਉਮਰ ਸੀ? ਮੈਂ ਉਹ ਕਿਤਾਬ 'ਚ ਹੀ ਆ ਦੇਖੀ ਜਾਂਦਾ ਸੀ, ਇੱਕ ਬੜਾ ਮਨ ਉਦਾਸ ਹੋਇਆ। 3 ਮਾਰਚ 1953 ਨੂੰ ਜਿਹੜਾ ਹੈਗਾ ਉਹਦਾ ਇਹ ਹਿਸਾਬ ਨਾਲ ਉਹਦੀ ਉਮਰ 60 ਸਾਲ ਮਸਾਂ, ਰਿਟਾਇਰਮੈਂਟ ਤੋਂ ਥੋੜਾ ਜਿਹੜਾ ਹੈ ਉਹਨੇ ਕੱਟਿਆ ਜੀ। ਤੇ 4 ਸਤੰਬਰ 2012 ਨੂੰ ਇਸ ਦੁਨੀਆ ਤੋਂ ਚਲ ਗਿਆ ਜੀ। ਪਰ ਦਿਲਾਂ 'ਚ ਸਾਡੇ ਅੱਜ ਵੀ ਵਸਦਾ ਜੀ, ਕਿਉਂਕਿ ਅਸੀਂ ਉਹਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ। ਬਿਲਕੁਲ। ਫਨਕਾਰ ਦਿਲਾਂ 'ਚੋਂ ਨਹੀਂ ਮਨਫੀ ਹੁੰਦੇ ਜੀ, ਦਿਲਾਂ 'ਚ ਵਸਦੇ ਰਹਿੰਦੇ ਆ, ਠੀਕ ਆ ਨਾ। ਜਿਹੜੇ ਵਪਾਰੀ ਆ ਉਹ ਸਾਡੀਆਂ ਅੱਖਾਂ ਤੋਂ, ਸਾਡੇ ਦਿਲਾਂ 'ਚੋਂ, ਸਾਡੇ ਮਨਾਂ 'ਚੋਂ ਚਲੇ ਜਾਂਦੇ ਆ। ਔਰ ਮੈਂ ਨਾ ਉਹਦੇ ਪਿਤਾ ਕਰਤਾਰ ਸਿੰਘ ਤੇ ਮਾਂ ਗੁਰਦਿਆਲ ਕੌਰ ਜੀ, ਉਹਨਾਂ ਨੂੰ ਵੀ ਨਮਸਕਾਰ ਕਰਦਾ ਵੀ ਜਿਹੜਾ ਇਹੋ ਜਿਹਾ ਫਨਕਾਰ ਸਾਨੂੰ ਦਿੱਤਾ। ਨਛੱਤਰ ਬਾਬਾ ਉਹਦਾ ਭਾਈ ਹੈ, ਦੂਜਾ ਚੀਨਾ ਹੈ, ਭੈਣਾਂ ਸ਼ਾਂਤੀ ਹੈ, ਇੰਦਰਜੀਤ ਕੌਰ ਹੈ, ਬਾਵੀ ਹੈ, ਜਗਦੀਪ, ਸਾਰੇ ਉਹਨੂੰ ਬੜਾ ਪਿਆਰ ਕਰਦੇ ਸੀ ਜੀ। ਪਰ ਛਤਰ ਛਾਂ ਦੇਣ ਵਾਲਾ ਬੰਦਾ ਜਦੋਂ ਛੋਟੀ ਉਮਰ 'ਚ ਚੱਲ ਜੇ ਉਦੋਂ ਪਰਿਵਾਰਾਂ ਦਾ ਹਾਲ ਮਾੜਾ ਹੋ ਜਾਂਦਾ ਜੀ। ਤੇ ਬੜੀ ਵਧੀਆ ਤੁਸੀਂ ਤਰੀਕੇ ਨਾਲ ਦੱਸਿਆ ਕਿ ਉਹ ਕਿਹੋ ਜਿਹੇ ਸੀ। ਤੁਹਾਡੀ ਭੂਆ ਜੀ ਦਾ ਪਿੰਡ ਸੀ ਗਿੱਦੜਬਾਹਾ ਤੇ ਤੁਸੀਂ ਉੱਥੇ ਅਕਸਰ ਜਾਂਦੇ ਸੀ, ਉਹਨਾਂ ਨੂੰ ਮਿਲਦੇ ਸੀ, ਉਹਨਾਂ ਨਾਲ ਗੱਲਾਂ ਵੀ ਕਰਦੇ ਸੀ, ਤੁਹਾਡੀ ਦਾਰਸ਼ਨਿਕ ਸਾਂਝ ਵੀ ਸੀ ਤੇ ਗਾਇਕੀ ਦੀ ਵੀ ਸੀ, ਤੁਸੀਂ ਸੁਣਦੇ ਵੀ ਰਹੇ, ਉਹਨਾਂ ਤੋਂ ਮਹਿਫਲਾਂ ਵੀ ਲਾਈਆਂ। ਤੇ ਉਹਨਾਂ ਤੋਂ ਪਿੱਛੋਂ ਤੁਹਾਨੂੰ ਗਿੱਦੜਬਾਹਾ ਕਿਹੋ ਜਿਹਾ ਲੱਗਦਾ? ਸੱਚ ਦੱਸਾਂ ਜੀ, ਮੈਂ ਉਦੋਂ ਬਾਅਦ ਗਿੱਦੜਬਾਹਾ ਨਹੀਂ ਗਿਆ। ਭੂਆ ਦੀ ਵੀ ਡੈਥ ਹੋ ਗਈ, ਫੁੱਫੜ ਦੀ ਵੀ ਡੈਥ ਹੋ ਗਈ, ਹਾਕਮ ਦੀ ਥੋੜਾ ਚਿਰ ਪਹਿਲਾਂ ਡੈਥ ਹੋ ਗਈ। ਇੱਕ ਰਿਸ਼ਤੇ ਹੁੰਦੇ ਆ, ਇੱਕ ਥਾਂ ਹੁੰਦੀ ਹੈ, ਇੱਕ ਜਜ਼ਬਾਤ ਹੁੰਦੇ ਆ। ਕਦੇ ਕਦੇ ਦੋਸਤ ਮਿੱਤਰ ਚਲੇ ਜਾਣ ਤੇ ਉਹ ਸ਼ਹਿਰ ਜਿਹੜੇ ਆ ਉਹਨਾਂ ਦੀਆਂ ਛਾਵਾਂ ਸੁੰਨੀਆਂ ਹੋ ਜਾਂਦੀਆਂ। ਤੇ ਮਨਪ੍ਰੀਤ ਟਵਾਣੇ ਨੇ ਇੱਕ ਗੀਤ ਲਿਖਿਆ ਸੀ, ਹਾਕਮ ਨੇ ਗਾਇਆ ਸੀ, ਜਿਨ੍ਹਾਂ ਰਾਹਾਂ ਤੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਂਦੀਆਂ ਹਵਾਵਾਂ ਨੂੰ ਸਲਾਮ। ਮਤਲਬ ਸੱਜਣਾ ਦੇ ਸ਼ਹਿਰ ਵੱਲੋਂ ਜਦੋਂ ਹਵਾ ਬੁੱਲਾ ਆਉਂਦਾ ਤੇ ਸਲਾਮ ਕਰਨ ਨੂੰ ਦਿਲ ਕਰਦਾ ਜੀ। ਇਵੇਂ ਗਿੱਦੜਬਾਹੇ ਵੱਲੋਂ ਜਦੋਂ ਕੋਈ ਹਵਾ ਦਾ ਬੁੱਲਾ ਆਉਂਦਾ ਜਾਂ ਕੋਈ ਸੱਜਣ ਪਿਆਰਾ ਪੰਛੀ ਪਰਿੰਦਾ ਆਉਂਦਾ ਤਾਂ ਉਹਨੂੰ ਸਲਾਮ ਕਰਨ ਨੂੰ ਜੀ ਕਰਦਾ ਕਿ ਸੱਜਣਾ ਦੇ ਸ਼ਹਿਰ ਤੋਂ ਇਹ ਰੂਹ ਆਈ ਹੈ। ਜੀ ਨਹੀਂ ਕਰਦਾ ਉੱਥੇ ਜਾਣ ਨੂੰ ਜੀ। ਤੇ ਇਹੋ ਜਿਹਾ ਇੱਕ ਉਹਨਾਂ ਦਾ ਗੀਤ ਵੀ ਸੀ, ਕਿੱਥੇ ਲਾਏ ਨੇ ਸੱਜਣਾ ਡੇਰੇ, ਕਿਉਂ ਭੁੱਲ ਗਿਆ ਪਾਉਣੇ ਫੇਰੇ ਜੀ। ਇਹਦੇ 'ਚ ਇੱਕ ਦਰਦ ਹੈ, ਇੱਕ ਬਿਰਹ ਹੈ, ਇੱਕ ਵਿਯੋਗ ਹੈ, ਇੱਕ ਹੰਝੂ ਹੈ, ਇੱਕ ਹੇਰਵਾ ਹੈ, ਇੱਕ ਹੌਕ ਹੈ ਤੇ ਕੁਛ ਬੋਲ ਉਸ ਗੀਤ ਦੇ ਆਪਾਂ ਦਰਸ਼ਕਾਂ ਨੂੰ ਸੁਣਾਉਂਦੇ ਜ਼ਰੂਰ। ਕਿਤੋਂ ਬੋਲ ਮਹਿਰ ਮਾਵੇ, ਕਿਤੋਂ ਬੋਲ ਮਹਿਰ ਮਾਵੇ, ਕਿਤੋਂ ਬੋਲ ਮਹਿਰ ਮਾਵੇ, ਕਿਤੋਂ ਬੋਲ ਮਹਿਰ ਮਾਵੇ। कल परसों मेरी चीज गवाची, कल परसों मेरी चीज गवाची, ओ है तेरे कोल महर मावे। कितों बोल, कितों बोल, कितों बोल महर मावे, कितों बोल महर मावे।